ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸ਼ਟਪਦੀ 24ਵੀਂ ਪਾਠ ਦੂਜਾ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੇ ਮਨ ਵਿਸਰਾਮ। ਭਗਤ ਜਨ ਉਹੀ ਨੇ ਭਾਈ ਜਿਹੜੇ ਗੁਰੂ ਭਗਤਾਂ ਦੇ ਦਰਸਾਏ ਮਾਰਗ 'ਤੇ ਚੱਲਦੇ ਨੇ, ਬਾਣੀ ਨੂੰ ਸਤ ਕਰਕੇ ਮੰਨਦੇ ਨੇ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਕਰਤਾ ਮੁਖੋਂ ਆਪ ਕਢਾਏ। ਕਰਤੇ ਪੁਰਖ ਦੀ ਬਾਣੀ ਹੈ, ਕਰਤੇ ਪੁਰਖ ਦਾ ਜਸ ਹੈ। ਗੁਰੂ ਭਗਤ ਸਾਹਿਬਾਨਾਂ ਨੇ ਆਪਾਂ ਨੂੰ ਸਮਝਾਇਆ। ਆਪਾਂ ਰੋਜ਼ ਘਾਲ ਕਮਾਈ ਕਰਦੇ ਹਾਂ, ਬਹੁਤ ਪਾਠ ਭਜਨ ਕਰਦੇ ਹਾਂ, ਪਰ ਵਿਚਾਰਦੇ ਨਹੀਂ ਹੈਗੇ। ਅਤੇ ਅਸ਼ਟਪਦੀਆਂ ਆਪਾਂ ਸਲੋਕ ਦੇ ਇੱਕ ਪਦੇ ਨਾਲ ਜੋੜੀਆਂ ਨੇ ਵੀ ਆਪਾਂ ਨੂੰ ਦੁਬਾਰਾ ਚੰਗੀ ਤਰ੍ਹਾਂ ਸਮਝ ਆ ਜਾਵੇ ਵੀ ਜਿਹੜੀ ਆਪਾਂ ਇਹ ਕਮਾਈ ਕਰਨੀ ਆ ਇਹ ਸਾਡੀ ਐਵੇਂ ਨਾ ਜਾਵੇ। ਉਹੀ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ, ਪੂਰਾ ਪ੍ਰਭ ਰਾਧਿਆ ਪੂਰਾ ਜਾਕਾ ਨਾਓ। ਇਹ ਪੂਰੇ ਪ੍ਰਭੂ ਦਾ ਗਿਆਨ ਹੈ ਭਾਈ, ਜਿੱਥੋਂ ਆਤਮਾ ਵਿਛੜ ਕੇ ਆਈ ਹੈ। ਪ੍ਰਭ ਹਰ ਜੋ ਸਾਡੇ ਅੰਦਰ ਹੈ, ਸਰੀਰ 'ਚ ਨਹੀਂ ਮਨ ਦੇ ਵਿੱਚ। ਜਿਹਨੇ ਪਿੱਛੀਆਂ ਭਗਤੀਆਂ ਆਪਾਂ ਦੇਖਦੇ ਹਾਂ ਪ੍ਰਚਲਿਤ ਮਤਾਂ ਆਈਆਂ ਨੇ, ਉਹ ਸਾਰੀਆਂ ਸਰੀਰ ਕਰਕੇ ਸੀ ਆਪਾਂ ਕਰਦੇ ਆਏ ਹਾਂ, ਸਾਰੇ ਕਰਦੇ ਹੁੰਦੇ ਨੇ। ਉਹ ਪਹਿਲਾ ਪੱਖ ਹੈ ਬਾਹਰਲਾ, ਜੋ ਸਾਡੀ ਅੱਖਾਂ ਨੂੰ ਦੀਂਹਦਾ। ਅਸੀਂ ਦੇਖਾ ਦੇਖੀ ਜੱਗ ਕਰੇ ਹੁਕਮ ਕਰਦੇ ਰਹਿੰਦੇ ਹਾਂ। ਬਾਬਾ ਫਰੀਦ ਜੀ ਦਾ ਆਪਾਂ ਸਲੋਕ ਵਿਚਾਰੀਏ, ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੱਡੇ ਕਾ, ਅਜੇ ਸੋ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ। ਉਹ ਧਰਮ ਦੇ ਵਿੱਚ ਵੀ ਐਸੀਆਂ ਭਗਤੀਆਂ ਸੀਗੀਆਂ ਹਟ ਜੋ ਵੀ ਸਰੀਰ ਸੁੱਕ ਜਾਵੇ, ਪਿੰਜਰ ਬਣ ਜਾਵੇ, ਰਤ ਨਾ ਨਿਕਲੇ, ਪਰ ਅੱਲਾ ਦੀ ਪ੍ਰਾਪਤੀ ਹੋਵੇ। ਨਹੀਂ ਭਾਈ, ਉਹ 'ਚੋਂ ਗਿਆਨ ਨਹੀਂ ਪੈਦਾ ਹੋਇਆ ਔਰ ਬੜੇ ਬੜੇ ਧਰਮ ਮਾਨਵ ਸੋਚਾਂ ਨੇ ਜਨਮ ਲਿਆ। ਅਤੇ ਗੁਰੂ ਭਗਤ ਸਾਹਿਬਾਨਾਂ ਨੇ ਸਾਨੂੰ ਇਸ ਸੰਸਾਰ 'ਚ ਆ ਕੇ ਇਹ ਗਿਆਨ ਦਾ ਸਮੁੰਦਰ ਦਿੱਤਾ। ਅਸੀਂ ਉਹ ਰਹਿਮਤ ਲੈਣੀ ਹੈ। ਉਹ ਰਹਿਮਤ ਸਾਨੂੰ ਤਾਂ ਮਿਲੂਗੀ, ਪੂਰੇ ਪ੍ਰਭ ਦਾ ਗਿਆਨ ਸਾਨੂੰ ਤਾਂ ਪ੍ਰਾਪਤ ਹੋਊਗਾ ਜਿਹਨੂੰ ਸੁਣਦੇ ਵਿਚਾਰਦੇ ਰਹਾਂਗੇ। ਘਰ ਦੇ ਵਿੱਚ ਵੀ ਕੀਰਤਨ ਲੱਗਿਆ ਰਹੂ, ਬਾਣੀ ਨੂੰ ਵਿਚਾਰਦੇ ਰਹਾਂਗੇ, ਸਾਡਾ ਧਿਆਨ ਹੌਲੀ ਹੌਲੀ ਫਿਰ ਗਿਆਨ ਨਾਲ ਉੱਧਰ ਲੱਗਣ ਲੱਗ ਜਾਂਦਾ ਵਾ। ਫਿਰ ਇਹ ਸਾਨੂੰ ਪ੍ਰਾਪਤੀ ਹੋਣੀ ਹੈ। ਉਹੀ ਪ੍ਰਾਪਤੀ ਹੋਣੀ ਹੈ ਜਿਹਦੀ ਅਸੀਂ ਕਮਾਈ ਕਰਨੀ ਹੈ। ਇਹ ਖੇਤ ਸਰੀਰ ਜੋ ਬੀਜੇ ਆਣ ਖਲੋਏ, ਜੋ ਬੀਜਾਂਗੇ ਭਾਈ ਅੰਤ ਨੂੰ ਖੜਾ ਹੋ ਜਾਣਾ ਵਾ। ਅੱਜ ਦੇਖ ਲਓ ਕੀ ਹਾਲ ਹੋ ਰਿਹਾ ਸੰਸਾਰ ਦਾ, ਸਾਰਾ ਭੈ ਭੀਤ ਹੈ। ਪਰ ਬਾਣੀ ਵਿੱਚ ਤਾਂ ਪਹਿਲਾਂ ਹੀ ਦਰਜ ਹੈ, ਸਤਿਗੁਰਾਂ ਨੇ ਸਮਝਾਇਆ, ਭੈ ਮੇ ਰਚਿਓ ਸਭ ਸੰਸਾਰਾ, ਤਿਸ ਭਉ ਨਾਹੀਂ ਜਿਸ ਨਾਮ ਉਦਾਰਾ। ਨਾਮ ਦਾ ਆਸਰਾ ਲੈਣਾ ਭਾਈ, ਫਿਰ ਭੈ ਤੋਂ ਮੁਕਤ ਹੋਵਾਂਗੇ ਅਸੀਂ। ਭੈ ਸਾਨੂੰ ਕਾਹਦਾ ਹੈ? ਸੰਸਾਰੀ ਮਾਇਆ, ਸੰਸਾਰੀ ਸਰੀਰ ਜਿਹੜਾ ਸੀ, ਇਹ ਆਤਮਾ ਨੇ ਮਾਇਆ ਦਾ ਸਰੀਰ ਧਾਰਿਆ ਵਾ। ਇਹ ਹੁਣ ਆਪਾਂ ਖਹਿੜਾ ਛਡਾਉਣਾ ਵਾ। ਇਹ ਖਹਿੜਾ ਆਪਣਾ ਤਾਂ ਛੁੱਟੂ ਜੇ ਆਪਾਂ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਾਂਗੇ। ਹੁਕਮ ਹੈ ਜੋ ਹੋ ਰਿਹਾ ਸੰਸਾਰ ਦੇ ਵਿੱਚ, ਮਨ ਇਹਨੂੰ ਮੰਨ ਲਵੇ ਕਦੇ ਵੀ ਨਹੀਂ ਹੋ ਸਕਦਾ ਹੈ। ਇਹੀ ਭਗਤੀ ਹੈ, ਇਹਨੂੰ ਸਮਝਣਾ। ਜਦੋਂ ਮਨ ਮੰਨ ਜਾਂਦਾ ਹੈ ਫਿਰ ਸਾਡੀ ਭਗਤੀ ਸ਼ੁਰੂ ਹੁੰਦੀ ਹੈ। ਅਸੀਂ ਗੁਰੂ ਘਰਾਂ 'ਚ ਜਾ ਕੇ ਵੀ, ਧਾਰਮਿਕ ਸਥਾਨਾਂ 'ਤੇ ਜਾ ਕੇ ਵੀ ਉਹਨੂੰ ਸੇਵਾ ਮੰਨਦੇ ਹਾਂ। ਨਹੀਂ, ਸਾਡਾ ਫਰਜ਼ ਹੈ। ਉੱਥੋਂ ਸਾਨੂੰ ਗਿਆਨ ਮਿਲਦਾ, ਧਰਮ ਬਾਰੇ ਸਮਝ ਆਉਂਦੀ ਹੈ ਵੀ ਧਰਮ ਹੈ ਕੀ ਆ। ਜਿਹੜੇ ਸਮਝਣਾ ਚਾਹੁੰਦੇ ਆ ਉਹਨਾਂ ਨੂੰ ਇਹ ਪ੍ਰਾਪਤੀ ਹੋ ਜਾਂਦੀ ਹੈ। ਉਹ ਸਾਡਾ ਫਰਜ਼ ਹੈ। ਲੰਗਰ ਲਾਉਂਦੇ ਹਾਂ, ਭੰਡਾਰੇ ਕਰਦੇ ਹਾਂ, ਉਹ ਸਰੀਰ ਕਰਕੇ ਆਤਮਾ ਫਿਰ ਭੁੱਖੀ ਰਹਿ ਜਾਂਦੀ ਹੈ। ਇਹਨਾਂ ਦੀ ਆਤਮਾ ਤ੍ਰਿਪਤ ਹੁੰਦੀ ਹੈ ਜਿਨ੍ਹਾਂ ਨੂੰ ਇਹ ਦਰਸ਼ਨ ਹੋ ਜਾਂਦਾ। ਬਾਣੀ ਹਰ ਕਥਾ ਹੈ, ਹਰ ਦਰਸ਼ਨ ਹੈ। ਆਪਾਂ ਤਾਈਓ 23 ਸਲੋਕ ਨਾਲ ਜੋੜੇ ਵੀ ਜਿਹੜੇ ਸੁਣਦੇ ਵਿਚਾਰਦੇ ਰਹਿਣਗੇ। ਇਕੱਲਾ ਇਕੱਲਾ ਸਲੋਕ ਆਪਾਂ ਕੱਲ੍ਹ ਵਿਚਾਰਿਆ ਸੀ ਪਹਿਲੇ ਪਾਠ 'ਚ। ਫਿਰ ਉਹਨਾਂ ਦੀ ਆਤਮਾ ਨੂੰ, ਜਾਂ ਕਹਿ ਲਓ ਗੁਰਸਿੱਖਾਂ ਨੂੰ, ਸੰਗਤ ਨੂੰ ਫਿਰ ਇਹ ਪ੍ਰਾਪਤੀ ਹੁੰਦੀ ਹੈ। ਕਿਹਦੀ? ਨਾਮ ਦੀ। ਫਿਰ ਸਾਡੀ ਭਗਤੀ ਸ਼ੁਰੂ ਹੁੰਦੀ ਹੈ। ਜਦੋਂ ਅਸੀਂ ਸਮਝ ਲੈਂਦੇ ਹਾਂ, ਮਾਇਆ ਦਾ ਤਿਆਗ ਹੋ ਜਾਂਦਾ ਹੈ, ਉਸ ਤੋਂ ਬਾਅਦ ਸਾਡੀ ਭਗਤੀ ਸ਼ੁਰੂ ਹੁੰਦੀ ਹੈ। ਪਰ ਅਸੀਂ ਪਹਿਲਾਂ ਹੀ ਭਗਤੀ ਦੇ ਭਰਮ ਪਾਲ ਲੈਂਦੇ ਹਾਂ, ਸਰੀਰ ਕਰਕੇ ਪੂਰਨ ਹੋ ਜਾਂਦੇ ਹਾਂ, ਆਤਮਾ ਤੋਂ ਕੋਰੇ ਹੁੰਦੇ ਹਾਂ, ਗਿਆਨ ਸਾਨੂੰ ਕੋਈ ਨਹੀਂ ਹੁੰਦਾ। ਇੱਥੋਂ ਆਪਾਂ ਦੁਆ ਪਤਾ ਸ਼ੁਰੂ ਕਰੀਏ। ਬਾਬਾ ਫਰੀਦ ਜੀ ਦਾ ਵੀ ਆਪਾਂ ਸਲੋਕ ਵਿਚਾਰਿਆ ਸੀਗਾ। ਇਹ ਭਗਤੀਆਂ ਸੀਗੀਆਂ ਹਠ ਯੋਗ ਦੀਆਂ, ਤਪ ਯੋਗ,
ਘਰ-ਬਾਰ ਛੱਡ ਕੇ ਚੱਲਣਾ ਆਸਾ ਦੀ ਪਰ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ, ਜਤੀ ਸਦਾਵੇ ਜੁਗਤ ਨਾ ਜਾਣੇ ਛੱਡ ਵਹੇ ਘਰ-ਬਾਰ। ਸਾਨੂੰ ਜੁਗਤੀ ਸਾਨੂੰ ਧਰਮ ਬਾਰੇ ਗਿਆਨ ਹੀ ਨਹੀਂ ਹੈਗਾ, ਕਿੱਥੋਂ ਪਤਾ ਲੱਗੂ ਸਾਨੂੰ? ਗੁਰਬਾਣੀ ਗੁਰੂ ਉਪਦੇਸ਼ 'ਚੋਂ ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ, ਜਿਨ੍ਹਾਂ ਦਾ ਗਿਆਨ ਵੱਧਦਾ ਚਲਿਆ ਜਾਂਦਾ ਵਾ, ਉਹਨਾਂ ਦੀ ਫਿਰ ਭਾਈ ਆਰਾਧਨਾ ਸ਼ੁਰੂ ਹੁੰਦੀ ਹੈ। ਆਰਾਧਨਾ ਕਰਨ ਵਾਲੇ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ? ਉਹ ਦੇਵ ਲੋਕ ਹੁੰਦੇ ਨੇ, ਸੰਸਾਰ 'ਚ ਨਹੀਂ ਹੁੰਦੇ, ਸਰੀਰ ਕਰਕੇ ਹੁੰਦੇ ਨੇ। ਪਰ ਜਿੰਨੇ ਧਰਮ ਸੀ ਉਹ ਮੰਨਦੇ ਨਹੀਂ ਸੀ। ਸਤਿਗੁਰਾਂ ਨੇ ਸਮਝਾਇਆ, ਪੰਜਵੇਂ ਪਾਤਸ਼ਾਹ ਨੇ ਵੀ ਸਮਝਾਇਆ, ਸਿੱਧਾਂ ਨੂੰ ਸਤਿਗੁਰਾਂ ਨੇ ਵੀ ਸਮਝਾਇਆ। ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ। ਪੰਜਵੇਂ ਪਾਤਸ਼ਾਹ ਨੇ ਵੀ ਸਮਝਾਇਆ ਸੰਗਤ ਨੂੰ, ਭਾਈ ਰਾਮ ਦੇ ਦਾਸ ਕਿਹੋ ਜਿਹੇ ਹੁੰਦੇ ਨੇ, ਸਾਰਿਆਂ ਵਿੱਚ ਰਹਿੰਦੇ ਹੋਏ ਵੀ ਆਪਦੇ ਮੂਲ ਆਤਮਾ ਜੁੜੇ ਰਹਿੰਦੇ ਨੇ, ਝੁਕੇ ਰਹਿੰਦੇ ਨੇ। ਆਤਮਾ ਕਰਕੇ, ਅਸੀਂ ਸਰੀਰ ਕਰਕੇ ਤਾਂ ਪੂਰਨ ਹੋ ਜਾਂਦੇ ਹਾਂ, ਸੰਸਾਰ ਪ੍ਰਭਾਵਿਤ ਹੋ ਜਾਂਦਾ ਹੈ, ਭਾਵੁਕ ਹੋ ਜਾਂਦਾ ਹੈ, ਪਰ ਸਾਨੂੰ ਉਹਦੀ ਸਜ਼ਾ ਮਿਲਦੀ ਹੈ। ਧਰਮ ਦੀ ਦੁਨੀਆ 'ਤੇ ਅਸੀਂ ਪਹੁੰਚੇ ਨਹੀਂ ਹੁੰਦੇ ਹਲੇ। ਧਰਮ ਤਾਂ ਬਹੁਤ ਦੂਰ ਆ ਸਕਦੀ, ਪਰ ਸਤਿਗੁਰ ਸਮਝਾਉਂਦੇ ਨੇ ਉਹ ਤਾਂ ਦੇਵ ਲੋਕ ਆ, ਉੱਥੇ ਪਹੁੰਚਣਾ, ਉੱਥੋਂ ਗਿਆਨ ਮਿਲਣਾ। ਧਰਮ ਸਾਨੂੰ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ। ਇਹ ਕਿਹੜਾ ਧਰਮ ਆ? ਇਹ ਆ ਧਰਮ ਹੈ ਸਾਰਾ ਜੋ ਅਸੀਂ ਕਰਦੇ ਹਾਂ। ਧਰਮ ਕਰਮ ਪਖੰਡ ਜੋ ਦਿਸੇ ਜੰਮ 'ਚ ਗਾਤੀ ਲੂਟੇ, ਇੱਥੇ ਖੋਹ ਲੈਂਦੇ ਆ ਭਾਈ ਸਾਰਾ ਕੁਛ। ਇਹਦੇ ਵਿੱਚ ਤਾਂ ਆਪਾਂ ਸਮਝਣਾ ਜਾ ਕੇ ਬਾਹਰਲਾ ਪੱਖ ਹੈ। ਗੁਰੂ ਘਰਾਂ 'ਚ ਵੀ ਜਾਣਾ, ਮੰਦਰ 'ਚ ਜਾਂਦੇ ਹਾਂ, ਮਸਜਿਦ ਜਾਂਦੇ ਹਾਂ, ਜਿੰਨੇ ਵੀ ਚਾਰੇ ਧਰਮ ਇਹ ਜਾਂਦੇ ਨੇ, ਉੱਥੇ ਜਾ ਕੇ ਆਪਾਂ ਸਮਝਣਾ ਵਾ ਧਰਮ ਹੈ ਕੀ ਹੈ। ਸਤਿਗੁਰਾਂ ਨੇ ਸਮਝਾਇਆ ਵੀ ਉਹ ਤਾਂ ਦੂਰ ਹੈ ਭਾਈ ਹਲੇ ਮੰਜ਼ਿਲ। ਕਿਵੇਂ ਪਹੁੰਚਾਂਗੇ ਆਪਾਂ? ਜਿਹੜੇ 23 ਸ਼ਲੋਕ ਜੋੜੇ ਸੀ ਨਾਲ, ਇਹ ਉਹ ਪਹੁੰਚਣਗੇ ਜਿਹੜੇ ਇਹਦੇ ਵਿਚਾਰ ਦੇ ਵਿੱਚ ਲੱਗੇ ਰਹਿਣਗੇ ਔਰ ਭਾਣੇ ਚੱਲਣਗੇ। ਫਿਰ ਉਹਨਾਂ ਦੀ ਆਰਾਧਨਾ ਇਹ ਲਾਸਟ ਅਵਸਥਾ ਹੈ ਆਪਣੀ। ਉਸ ਅਵਸਥਾ ਜਾ ਕੇ ਮਨ ਬੁੱਧੀ ਤਿਆਗ ਕਰਕੇ ਆਪਦੇ ਮੂਲ ਹਰ 'ਚ ਲੈ ਹੋ ਜਾਂਦੇ ਨੇ। ਫਿਰ ਆਰਾਧਨਾ ਕਿਹਦੀ ਹੁੰਦੀ ਹੈ? ਨਾਮ ਦੀ, ਹੁਕਮ ਦੀ, ਜਿਹਨੇ ਸ੍ਰਿਸ਼ਟੀ ਪੈਦਾ ਹੋਈ ਹੈ। ਨਾਮੇ ਉਤਪਤ ਨਾਮੇ ਪਰਲੋ, ਨਾਮ ਨੇ ਸ੍ਰਿਸ਼ਟੀ ਪੈਦਾ ਹੁੰਦੀ ਹੈ, ਨਾਮ ਨਾਲ ਸਮਾਪਤੀ ਹੁੰਦੀ। ਉਹੀ ਤਾਂ ਹੁਕਮ ਹੈ ਭਾਈ। ਨਾਮ ਤਾਂ ਸਾਰੇ ਕਹਿੰਦੇ ਆ ਜਪੋ, ਪਰ ਨਾਮ ਕੀ ਹੈ? ਇਹਦੇ ਬਾਰੇ ਤਾਂ ਆਪਾਂ ਨੂੰ ਬਾਣੀ ਗਿਆਨ ਕਰਾਉਂਦੀ ਹੈ। ਜਿਹੜੀ ਬਾਣੀ ਦਾ ਗਿਆਨ ਹੈ ਇਹ ਬਾਹਰਲਾ ਆਪਾਂ ਨੂੰ ਇਹ ਨਾਮ ਤੱਕ ਲੈ ਜਾਊਗਾ, ਉਹ ਤੁਰਕੀ ਬਾਣੀ ਤੱਕ ਲੈ ਜਾਊ ਆਪਾਂ ਨੂੰ, ਜਿਹੜੀ ਬਿਨ ਕੰਨਾਂ ਸੁਣਨੀ ਆਪਾਂ। ਫਿਰ ਆਪਣੀ ਆਰਾਧਨਾ ਉਹਨੂੰ ਦੇਵ ਲੋਕ ਕਿਹਾ ਬਾਣੀ ਵਿੱਚ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹੀ ਗੁਰਸਿੱਖ ਨੇ। ਹੁਣ ਆਪਾਂ ਦੂਆ ਪੌਦਾ ਸ਼ੁਰੂ ਕਰੀਏ, 7 ਪਦੇ ਰਹਿ ਗਏ, ਪਹਿਲੀ ਵਿਚਾਰ ਕਰੀਏ। ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ। ਜਿਨ੍ਹਾਂ ਦੀ ਆਰਾਧਨਾ ਸ਼ੁਰੂ ਹੋਈ ਹੈ ਉਹ ਗੁਰਸਿੱਖ ਨੇ। ਖੇਮ ਤਿਆਗ ਜਿਨ੍ਹਾਂ ਨੇ ਕੀਤਾ ਉਹ ਕੁਸ਼ਲ ਹੋਏ ਨੇ, ਉਹਨਾਂ ਨੂੰ ਸੰਸਾਰ 'ਚੋਂ ਸੁੱਖਾਂ ਦੀ ਪ੍ਰਾਪਤੀ ਹੋਈ ਹੈ। ਸਰੀਰ ਕਰਕੇ ਨਹੀਂ, ਆਤਮਾ ਕਰਕੇ। ਸਰੀਰ ਕਰਕੇ ਤਾਂ ਸਾਨੂੰ ਵੀ ਹੁੰਦੀ ਹੈ, ਬੜੇ ਬੜੇ ਧਨਵੰਤਾਂ ਨੂੰ ਵੀ ਹੁੰਦੀ ਹੈ, ਰਾਜਿਆਂ ਨੂੰ ਵੀ ਹੁੰਦੀ ਹੈ। ਉਹ ਕੁਛ ਟਾਈਮ ਲਈ ਹੁੰਦੀ ਹੈ, ਆਰਜੀ ਹੁੰਦੀ ਹੈ। ਇੱਥੇ ਸਤਿਗੁਰ ਸਮਝਾਉਂਦੇ ਨੇ ਉਹਨਾਂ ਨੂੰ ਖੁਸ਼ੀ ਪ੍ਰਾਪਤ ਹੋਈ ਆ ਜਿਨ੍ਹਾਂ ਨੇ ਤਿਆਗ ਕੀਤਾ। ਕਿਹਦਾ? ਮਾਇਆ ਦਾ, ਰਾਜ ਦਾ, ਸੰਸਾਰੀ ਇੱਛਾ ਦਾ। ਜੋ ਸੁਖ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨ ਲਈਏ। ਫਿਰ ਸਮਝ ਆਉਂਦੀ ਹੈ ਜਾ ਕੇ ਵੀ ਜੋ ਗੋਬਿੰਦ ਦਾ ਜਸ ਕਰਕੇ ਸਾਨੂੰ ਸੁੱਖ ਮਿਲਦਾ ਹੈ, ਸਾਰੀ ਸ੍ਰਿਸ਼ਟੀ ਦਾ ਰਾਜ ਵੀ ਸਾਨੂੰ ਕਿਉਂ ਨਾ ਮਿਲ ਜਾਵੇ, ਪਰ ਉਹ 'ਚ ਚਿੰਤਾ ਰਹਿੰਦੀ ਹੈ। ਰਾਜ ਦੇ ਵਿੱਚ ਹਮੇਸ਼ਾ ਹੀ ਚਿੰਤਾ ਰਹਿੰਦੀ ਹੈ, ਚਾਹੇ ਛੋਟਾ ਹੈ ਚਾਹੇ ਬੜਾ। ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ। ਉਸ ਅਵਸਥਾ ਸਾਧ ਸੰਗ ਪ੍ਰਾਪਤ ਹੁੰਦੀ ਹੈ। ਪਿੱਛੇ ਵੀ ਆਪਾਂ ਵਿਚਾਰਿਆ ਸੀ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ ਹੀਆਂ ਖਾਟ ਚਲੋ ਹਰਲਾਹਾ। ਹਰਲਾਹਾ ਜਦੋਂ ਹਰਨਾਮ ਪ੍ਰਾਪਤ ਕਰਦੇ ਹਾਂ ਅਸੀਂ, ਮਨ ਬੁੱਧੀ ਤਿਆਗ ਕਰਕੇ ਆਪਦੇ ਮੂਲ ਹਰ 'ਚ ਲੈ ਹੋ ਜਾਂਦੇ ਆ। ਉਸ ਅਵਸਥਾ ਨੂੰ ਦੇਵ ਲੋਕ ਨੂੰ ਸਾਧ ਸੰਗਤ ਕਿਹਾ, ਸੰਤ ਲੋਕ ਵੀ ਕਿਹਾ, ਦੇਵ ਲੋਕ ਵੀ ਕਿਹਾ, ਦਸਵਾਂ ਦੁਆਰ ਵੀ ਕਿਹਾ, ਗੁਰਦੁਆਰੋ ਵੀ ਕਿਹਾ, ਹਰ ਮੰਦਰ ਵੀ ਕਿਹਾ। ਇਹ ਸਾਰੇ ਉਹਦੇ ਨਾਮ ਵੀ ਆਪਾਂ ਨੂੰ ਕਿਵੇਂ ਨਾ ਕਿਵੇਂ ਸਮਝ ਆ ਜਾਵੇ। ਬਾਣੀ ਬਾਰ-ਬਾਰ ਸਾਨੂੰ ਅਨੇਕਾਂ ਉਪਦੇਸ਼ ਦੇ ਕੇ ਸਮਝਾ ਰਹੀ ਹੈ ਵੀ ਕਿਤੇ ਅਸੀਂ ਗਲਤੀ ਨਾ ਕਰ ਲਈਏ, ਸਾਡਾ ਸੰਸਾਰ 'ਤੇ ਆਉਣਾ ਨਿਸਫਲ ਨਾ ਹੋ ਜਾਏ। ਅੱਗੇ ਸਤਿਗੁਰ ਕੀ ਸਮਝਾਉਂਦੇ ਹੈ? ਨਰਕ ਨਿਵਾਰ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। ਉਹ ਨਰਕ ਨਿਵਾਰ ਲੈਂਦੇ ਨੇ, ਜੰਮਣਾ ਮਰਨਾ ਆਪਦਾ ਖਤਮ ਕਰ ਲੈਂਦੇ ਨੇ, ਇਹ ਜੀ ਦਾ ਆਧਾਰ ਹੋ ਜਾਂਦਾ ਹੈ। ਉਹ ਗੋਬਿੰਦ ਦੇ ਗੁਣ ਗਾਉਂਦੇ ਆ। ਅਸੀਂ ਵੀ ਗਾਉਂਦੇ ਹਾਂ, ਸੰਸਾਰੀ ਜੀਵ ਹਾਂ, ਪਰ ਗਾਉਂਦੇ ਮਾਇਆ ਕਰਕੇ। ਅਸੀਂ ਸਾਨੂੰ ਗੋਬਿੰਦ ਦਾ ਗਿਆਨ ਹੀ ਨਹੀਂ, ਗੋਬਿੰਦ ਦਾ ਦਰਸ਼ਨ ਹੀ ਨਹੀਂ ਹੋਇਆ। ਦਰਸ਼ਨ ਤੋਂ ਬਿਨਾਂ ਕਿਵੇਂ ਉਹਦੇ ਗੁਣ ਗਾਵਾਂਗੇ? ਬਾਣੀ ਹਰ ਦਰਸ਼ਨ ਹੈ ਭਾਈ। ਪਹਿਲਾ ਗਿਆਨ ਦਰਸ਼ਨ ਹੈ, ਫਿਰ ਮੁਕਤੀ ਸੰਤੋਖ ਹੈ, ਉਸ ਤੋਂ ਬਾਅਦ ਫਿਰ ਗੋਬਿੰਦ ਦੇ ਗੁਣ ਗਾਏ ਜਾਂਦੇ ਆ। ਆਸਾ ਦੀ ਵਾਰ ਸਤਿਗੁਰਾਂ ਦੇ ਵਚਨ ਲਈਏ ਆਪਾਂ। ਸੇਵ ਕੀਤੀ ਸੰਤੋਖੀ
ਜਿਨ ਸੱਚੋ ਸੱਚ ਤੇ ਆਇਆ, ਉਹਨ ਮੰਦੇ ਪੈਰ ਨਾ ਰੱਖਿਓ, ਕਰ ਸੁਕਰ ਧਰਮ ਕਮਾਇਆ। ਸੁਕਰ ਧਰਮ ਤੋਂ ਭਾਵ ਸ਼ੁਭ ਕਰਮ। ਸ਼ੁਭ ਕਰਮ ਕੀ ਹੈ? ਬਾਣੀ। ਦਸਮ ਪਾਤਸ਼ਾਹ ਨੇ ਵੀ ਆਪਾਂ ਨੂੰ ਸਮਝਾਇਆ, ਸ਼ੁਭ ਕਰਮਨ ਤੇ ਕਹੂ ਨਾ ਡਰੋ। ਇਹ ਸ਼ੁਭ ਕਰਮ ਹੈ ਭਾਈ, ਇਹਦੀ ਤਿਆਰੀ ਕਰਨੀ ਹੈ। ਸਗਲ ਉਦਮ ਹੈ ਉਦਮ ਭਲਾ, ਸਾਰਿਆਂ ਤੋਂ ਉਦਮ ਭਲਾ ਹੀ। ਉਹ ਫਿਰ ਆਪਦੇ ਜੀ ਦਾ ਆਧਾਰ ਕਰ ਲੈਂਦੇ ਨੇ। ਉਹੀ ਗੁਰਸਿੱਖ ਨੇ ਜਿਹੜੇ ਉਹਦੇ ਗੁਣ ਗਾਉਂਦੇ ਨੇ। ਉਹ 'ਚੋਂ ਕੀ ਮਿਲਦਾ? ਸਾਨੂੰ ਰਸ ਮਿਲਦਾ ਹੈ, ਹਰ ਰਸ। ਮਨ ਬੁੱਧੀ ਜੁੜੇ ਰਹਿੰਦੇ ਆਪਦੇ ਮੂਲ ਨਾਲ, ਉਹਦੇ ਗੁਣ ਗਾਉਂਦੇ ਰਹਿੰਦੇ। ਚਿਤ ਚਿਤਵੋ ਨਾਰਾਇਣ ਏਕ, ਏਕ ਰੂਪ ਜਾ ਕੇ ਰੰਗ ਅਨੇਕ। ਆਪ ਇੱਕ ਰੂਪ ਹੈ, ਰੰਗ ਬਾਣੀ ਨੇ ਆਪਾਂ ਨੂੰ ਸਮਝਾਇਆ। ਅਨੇਕਾਂ ਹੀ ਗਿਆਨ ਪੈਦਾ ਕੀਤਿਆਂ ਨੇ ਮਾਇਆ ਦੇ ਵਿੱਚ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ ਸਾਈਂ ਗੱਲ ਚੰਗੀ। ਜਦੋਂ ਮਨ ਭਾਣੇ 'ਚ ਆ ਜਾਂਦਾ ਹੈ ਜੋ ਕੁਦਰਤ ਕਰ ਰਹੀ ਹੈ, ਫਿਰ ਸਮਝ ਆਉਂਦੀ ਹੈ ਸਾਰੀ ਗੱਲ। ਆਪ ਇੱਕ ਰੂਪ ਹੈ, ਅਨੇਕ ਰੂਪ ਸਾਜਿਆ ਉਹਨੇ। ਉਹ ਆਪ ਸਰੀਰ ਤੋਂ ਪਰੇ ਹੈ। ਉਹ ਕੌਣ ਹੈ? ਗੋਪਾਲ ਦਾਮੋਦਰ ਦੀਨ ਦਿਆਲ ਦੁੱਖ ਭੰਜਨ ਪੂਰਨ ਕਿਰਪਾਲ। ਉਹ ਹੈ ਸੱਚ ਦੁੱਖਾਂ ਦਾ ਨਿਵਾਰਨ ਕਰਨ ਵਾਲਾ, ਦੁੱਖਾਂ ਨੂੰ ਭੰਨਣ ਵਾਲਾ, ਖਤਮ ਕਰਨ ਵਾਲਾ, ਪੂਰਨ ਕਿਰਪਾਲੂ ਆ। ਉਹ ਕੀ ਹੈ? ਗੋਪਾਲ। ਗੋਪਾਲ ਤੋਂ ਭਾਵ ਹੁੰਦਾ, ਗੋ ਹੁੰਦੀ ਇੰਦਰੀਆਂ, ਪਾਲ ਪਾਲਣਹਾਰਾ, ਤਾਂ ਕਰਕੇ ਉਹਦਾ ਗੁਣਵਾਚਕ ਨਾਂ ਬਣਿਆ ਗੋਪਾਲ। ਸ੍ਰਿਸ਼ਟੀ ਨੂੰ ਪਾਲਣ ਵਾਲਾ, ਮਾਇਆ ਨੂੰ ਪਾਲਕ ਕਹਿ ਲਈਏ ਆਪਾਂ, ਸਰਵ ਵਿਆਪੀ ਕਹਿ ਲਈਏ। ਉਹ ਕੌਣ ਆ? ਦਾਮੋਦਰ। ਦਮੋਦਰ, ਉਹਦੇ ਦਰ ਤੋਂ ਸਾਹ ਆ ਰਿਹਾ, ਸਾਨੂੰ ਦਮ ਆ ਰਿਹਾ ਵਾ। ਉਹਦੀ ਕਿਰਪਾ ਨਾਲ ਸਾਡਾ ਜੀਵਨ ਚੱਲ ਰਿਹਾ ਵਾ। ਦੀਨ, ਉਹ ਸੱਚ ਵੈ, ਦਿਆਲੂ ਆ, ਹਮੇਸ਼ਾ ਹੀ ਦਿਆਲ ਰਹਿੰਦਾ ਵਾ। ਜੇ ਉਹ ਦਿਆਲ ਨਾ ਹੋਵੇ ਸਾਡਾ ਸਾਹ ਹੀ ਨਹੀਂ ਚੱਲਣਾ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਦਾਰ। ਇਹ ਜੀਵਾਤਮਾ ਦਾ ਆਧਾਰ ਹੈ ਭਾਈ। ਬਾਰ ਬਾਰ ਇਹਨੂੰ ਸਮਝਦੇ ਰਹਿਣਾ, ਵਿਚਾਰਦੇ ਰਹਿਣਾ। ਕਿਤੇ ਗਲਤੀ ਨਾ ਕਰ ਲਈਏ, ਕਿਤੇ ਅਸੀਂ ਆਪਦੇ ਗੁਣ ਗਾਉਣ ਲੱਗ ਜਾਈਏ, ਉਹੀ ਅਸੀਂ ਗਲਤੀ ਕਰ ਲੈਂਦੇ ਹਾਂ। ਤੀਆ ਪਦਾ ਆ ਗਿਆ, ਉੱਤਮ ਸ਼ਲੋਕ ਸਾਧ ਕੇ ਵਚਨ, ਉਮਲੀਕ ਲਾਲ ਏ ਰਤਨ। ਉਮਲੀਕ ਹੈ ਭਾਈ ਇਹ। ਲਾਲ ਹੁੰਦਾ ਜਿਹਦੀ ਲੈਟ, ਜਿਹਦੇ ਵਿੱਚੋਂ ਲੈਟ ਪੈਦਾ ਹੋਵੇ, ਉਹਦੇ ਪਿੱਛੋਂ ਨਾਮ ਪੈਦਾ ਹੁੰਦਾ। ਸੂਰਜ ਰੂਪ ਹੈ। ਕੇਸੋ ਵੀ ਕਿਹਾ, ਕੇਸੋ ਕੇਸੋ ਕੂਕੀਏ, ਨਾ ਸੋਈਏ ਸਾਰ ਰਾਤ ਦਿਵਸ ਕੇ ਕੂਕਣੇ, ਕਬੂ ਕੁ ਸੁਣੇ ਪੁਕਾਰ ਕਰੇ, ਤਾਂ ਸੁਣੂਗਾ ਹੀ ਭਾਈ। ਉੱਤਮ ਸ਼ਲੋਕ ਹੈ ਇਹ। ਸ਼ਲੋਕ ਹੁੰਦੀ ਹੈ ਬਾਣੀ, ਉਚਾਰਨ ਕੀਤੀ ਹੈ ਭਗਤ ਗੁਰੂ ਸਾਹਿਬਾਨਾਂ ਨੇ, ਰਹਿਬਰਾਂ ਨੇ, ਸੰਸਾਰ ਨੂੰ ਤਾਰਨ ਖਾਤਰ। ਇਹ ਸਾਧ ਕੇ ਵਚਨ ਨੇ। ਅਸੀਂ ਬਾਹਰ ਸੱਤ ਵਚਨ ਕਰੀ ਜਾਂਦੇ, ਜੋ ਕੁਛ ਕਹਿ ਜਾਂਦਾ ਸਮਝਿਆ ਵਿਚਾਰਿਆ ਹਲੇ ਹੈ ਨਹੀਂ ਵੀ ਇਹ ਰਤਨ ਕੀ ਹੈ, ਅਮਲੀਕ ਕੀ ਹੈ, ਲਾਲ ਕੀ ਹੈ। ਜਿਵੇਂ ਲਾਲ 'ਚੋਂ ਲਾਈਟ ਪੈਦਾ ਹੁੰਦੀ ਹੈ, ਇਵੇਂ ਬਾਣੀ 'ਚੋਂ ਚਾਨਣ ਮਿਲਦਾ ਸਾਨੂੰ, ਲਾਈਟ ਪੈਦਾ ਹੁੰਦੀ ਹੈ। ਇਹ 'ਚੋਂ ਵਿਚਾਰ ਕੇ ਦੇਖੋ। ਪਰ ਅਸੀਂ ਇਹਨੂੰ ਵਿਚਾਰਦੇ ਨਹੀਂ, ਤਾਂ ਸਤਿਗੁਰਾਂ ਨੂੰ ਉਪਦੇਸ਼ ਕਰਦੇ ਹਾਂ। ਕਬੀਰ ਔਰੋਂ ਕੋ ਉਪਦੇਸ਼ ਪਰ ਹਰੇਤ, ਰਾਸ ਬਗਾਨੀ ਰਾਖਤੇ ਖਾਇਆ ਕਰ ਕਾ ਖੇਤ। ਦੂਆਂ ਦਾ ਠੇਕਾ ਲੈਂਦੇ ਹਾਂ ਅਸੀਂ, ਆਪਦਾ ਘਰ ਸਾਡਾ ਉਜੜਿਆ ਜਾ ਰਿਹਾ ਵਾ, ਦੂਏ ਨੂੰ ਉਪਦੇਸ਼ ਕਰਨ ਲੱਗ ਜਾਂਦੇ। ਆਹੀ ਅੱਜ ਸੰਸਾਰ 'ਚ ਹੋ ਰਿਹਾ, ਦਿਖ ਰਿਹਾ। ਇੰਨਾ ਕੁ ਤਾਂ ਆਪਾਂ ਨੂੰ ਗਿਆਨ ਹੈ। ਆਪ ਜਪੇ ਅਵਰੇ ਨਾਮ ਜਪਾਵੇ। ਨਾਮ ਦੀ ਗੱਲ ਕਰਦੀ ਹੈ ਬਾਣੀ। ਨਾਮ ਬਾਰੇ ਉਹ ਸਮਝਾਉਂਦੇ ਨੇ ਜਿਹੜੇ ਨਾਮ ਦੀ ਪ੍ਰਾਪਤੀ ਕਰਦੇ ਨੇ। ਅਮਲੀਕ ਲਾਲੇ ਰਤਨ, ਸੁਨਤ ਕਮਾਵਤ ਹੋਤ ਆਧਾਰ, ਆਪ ਤਰੇ ਲੋਕਾਂ ਨਿਸਤਾਰ। ਉਹ ਗੁਰਸਿੱਖ ਨੇ ਭਾਈ, ਜਿਨ੍ਹਾਂ ਦੀ ਆਰਾਧਨਾ ਸ਼ੁਰੂ ਹੋਈ ਹੈ। ਉਹ ਸੁਣਦੇ ਨੇ ਅੰਦਰੋਂ, ਫਿਰ ਉਹਦੀ ਕਮਾਈ ਕਰਦੇ ਨੇ। ਉਹਨਾਂ ਦਾ ਆਧਾਰ ਹੁੰਦਾ ਹੈ। ਆਪਾਂ ਵੀ ਇਹ ਕਮਾਈ ਕਰਨੀ ਹੈ ਭਾਈ। ਉਹ ਆਪ ਵੀ ਤਰਦੇ ਨੇ, ਲੋਕਾਂ ਨੂੰ ਵੀ ਤਾਰਦੇ ਨੇ, ਸੰਗਤ ਨੂੰ ਵੀ ਤਾਰ ਦਿੰਦੇ ਨੇ। ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ। ਉਹਨਾਂ ਗੁਰਸਿੱਖਾਂ ਨਾਲ ਮਿਲ ਕੇ ਸਾਡਾ ਵੀ ਜੀਵਨ ਸਫਲ ਹੋ ਜੂ ਭਾਈ, ਜਿਨ੍ਹਾਂ ਨੂੰ ਤੇ ਹਰ ਦਾ ਨਾਮ ਰੰਗ ਚੜ੍ਹਿਆ ਵਾ। ਉਹਨਾਂ ਦਾ ਸੰਗ ਕਰਨਾ ਹੈ ਆਪਾਂ। ਰੋਜ਼ ਅਰਦਾਸ ਵੀ ਕਰਦੇ ਹਾਂ, ਸਹੀ ਪਿਆਰਿਆਂ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਹੋਵੇ। ਪਰ ਫਿਰ ਮੰਗਦੇ ਕੀ ਆ? ਮਾਇਆ। ਮਾਇਆ ਸਾਡੀ ਮੱਤ ਨਾ ਆਉਂਦੀ ਆ ਭਾਈ। ਫਿਰ ਤਾਂ ਬਹੁਤ ਸੁਖਾਲਾ ਹੈ ਸਾਡੀ ਮੱਤ ਨਾ ਮੰਗਣ ਨਹੀਂ ਆ ਜਾਵੇ। ਨਹੀਂ ਭਾਈ, ਗਲਤੀ ਨਹੀਂ ਕਰਨੀ। ਸਫਲ ਜੀਵਨ ਸਫਲਤਾ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ। ਉਹਦੀ ਸੰਗਤ ਕਰਨੀ ਹੈ ਜਿਹਦੇ ਮਨ 'ਤੇ ਹਰ ਦਾ ਰੰਗ ਚੜਿਆ ਹੋਇਆ। ਇਹ ਤਾਂ ਪਰਖਣਾ ਵਾ। ਪਰਖੇ ਗੁਰ ਕੀ ਬਾਤ ਕਰੀ, ਗੁਰ ਸ਼ਬਦ ਦੇ ਗਿਆਨ ਤੋਂ ਬਾਅਦ ਫਿਰ ਹੀ ਸਾਨੂੰ ਪਰਖ ਆਊ। ਕੌਣ ਹੈ ਭਾਈ? ਉਹ ਜਿਹਦੇ ਹਰ ਦਾ ਰੰਗ ਚੜਿਆ ਹੋਇਆ। ਜੈ ਜੈ ਸ਼ਬਦ ਅਨਾਹਤ ਵਾਜੇ, ਸੁਣ ਸੁਣ ਨੰਦ ਕਰੇ ਪ੍ਰਭ ਗਾਜੇ। ਉਹਨਾਂ ਦੇ ਅੰਦਰ ਉਹ ਧੁਰਕੀ ਬਾਣੀ ਪ੍ਰਗਟ ਹੁੰਦੀ ਹੈ। ਉਹਨੂੰ ਸੁਣਦੇ ਨੇ। ਉਹਨਾਂ ਦੇ ਅਨਾਹਤ ਸ਼ਬਦ, ਜਿਹੜਾ ਧੁਰਕੀ ਬਾਣੀ ਜਿਹਨੂੰ ਨਾਦ ਕਿਹਾ ਵਾ, ਉਹ ਪ੍ਰਗਟ ਹੁੰਦਾ ਵਾ। ਉਹ ਕੀ ਹੈ? ਹੁਕਮ। ਉਹ ਕੀ ਹੈ? ਨਾਮ। ਉਹ ਨਾਮ ਨਾਲ ਆਪਦੇ ਆਪ ਨੂੰ ਬੰਨ੍ਹ ਕੇ ਰੱਖਦੇ ਨੇ, ਆਨੰਦ ਕਰਦੇ ਨੇ।
ਸੰਸਾਰ ਭੈ ਦੇ ਵਿੱਚ ਰਹਿੰਦਾ, ਉਹ ਪ੍ਰਭੂ ਦੇ ਹੁਕਮ ਨੂੰ ਚਾਰੇ ਦਿਸ਼ਾ ਦੇ ਵਿੱਚ, ਦਹਿ ਦਿਸ਼ਾ 'ਚ ਕਹਿ ਲਈਏ, ਸਰਵਵਿਆਪੀ ਨੂੰ, ਉਹਦੀ ਕਾਰਜਕਾਰੀ ਨੂੰ ਦੇਖ ਕੇ ਆਨੰਦ ਮਾਣਦੇ ਨੇ, ਉਹਦੇ ਹੁਕਮ ਨੂੰ ਗੱਜਦਾ ਦੇਖ ਕੇ ਖੁਸ਼ ਹੁੰਦੇ ਨੇ। ਕੀ ਗੱਜਦਾ ਦੇਖ ਕੇ ਖੁਸ਼ ਹੁੰਦੇ ਨੇ? ਜੋ ਸੰਸਾਰ 'ਚ ਹੋ ਰਿਹਾ, ਸੰਸਾਰ ਭੱਜਿਆ ਫਿਰ ਰਿਹਾ, ਪਰ ਉਹਦਾ ਹੁਕਮ ਨੂੰ ਕੋਈ ਕੱਟ ਨਹੀਂ ਸਕਦਾ, ਉਹ ਅਕੱਟ ਵਾ। ਉਹਦੇ ਹੁਕਮ ਨੂੰ ਕੋਈ ਨਹੀਂ ਮੋੜ ਸਕਦਾ, ਅੱਜ ਤੱਕ ਨਹੀਂ ਮੋੜ ਸਕਿਆ ਕੋਈ। ਕਿੱਡਾ ਵੀ ਰਾਜਾ, ਉਹ ਨਹੀਂ ਬਣਾਏ ਨੇ ਸਾਰੇ ਰਾਜੇ 4 ਦਿਵਸ ਕੇ ਝੂਠੇ ਕਰੇ ਦਿਵਾਜ ਜਾਏ ਤਾਂ 4 ਦਿਨ ਕੀ ਸਾਹਿਬੀ ਫਿਰ ਹੋਏ ਤਾਂ ਤਾਰਾਂ, ਫਿਰ ਕੀ ਕਰਾਂਗੇ। ਪ੍ਰਗਟੇ ਗੋਪਾਲ ਮਹਾਤ ਕੇ ਮਾਥੇ, ਨਾਨਕ ਕੁਦਰੇ ਤਿਨ ਕੇ ਸਾਥੀ। ਉਹ ਗੁਰਸਿੱਖਾਂ ਨਾਲ ਮਿਲ ਕੇ ਆਪਣਾ ਵੀ ਉਧਾਰ ਹੋਊਗਾ ਭਾਈ। ਉਹਨਾਂ ਦੇ ਅੰਦਰ ਕੀ ਹੁੰਦਾ ਹੈ? ਪ੍ਰਗਟੇ ਗੋਪਾਲ, ਉਹਨਾਂ ਦੇ ਅੰਦਰ ਗੋਪਾਲ ਦੀ ਜੋਤ ਪ੍ਰਗਟ ਹੋ ਜਾਂਦੀ ਹੈ। ਰੋਜ਼ ਰਹਿਰਾਸ ਵੀ ਪੜ੍ਹਦੇ ਆਪਾਂ, ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਜਿਹੜੇ ਲੈਣਗੇ ਉਹਨਾਂ ਦੇ ਆਰਾਧਨਾ ਸ਼ੁਰੂ ਹੋਊਗੀ, ਫਿਰ ਲਾਸਟ ਅਵਸਥਾ ਜਾ ਕੇ ਉਹਨਾਂ ਦੇ ਅੰਦਰ ਉਹ ਜੋਤ ਪ੍ਰਗਟ ਹੁੰਦੀ ਹੈ। ਮਹਾਂਤ ਮਹਾਂ ਅੰਤ ਆ ਜਾਂਦਾ, ਉਹਨਾਂ ਦਾ ਸੰਸਾਰੀ ਯਾਤਰਾ ਖਤਮ ਹੋ ਜਾਂਦੀ ਹੈ। ਉਹਨਾਂ ਦੇ ਮੱਥੇ ਤੋਂ ਭਾਵ ਮਨ ਦੇ ਵਿੱਚੋਂ ਉਹ ਜਿਵੇਂ ਪ੍ਰਹਲਾਦ ਦੀ ਕਹਾਣੀ ਬਣਾਈ ਹੋਈ ਹੈ ਵੀ ਥੰਮ ਪਾੜ ਕੇ ਨਿਕਲਿਆ, ਉਹ ਹੁਕਮ ਧੁਰਕੀ ਬਾਣੀ ਫਿਰ ਪ੍ਰਗਟ ਹੁੰਦੀ ਹੈ ਭਾਈ। ਇਹ ਨੇ ਉਹ ਗੁਰਸਿੱਖ। ਉਹ ਕਹਾਣੀ ਬਣਾਤੀ ਵੀ ਪ੍ਰਹਲਾਦ ਨੂੰ ਬਚਾਉਣ ਖਾਤਰ ਉਹ ਥੰਮ ਪਾੜ ਕੇ ਨਿਕਲਿਆ। ਨਹੀਂ, ਮਨ ਮੰਦਰ ਮੇ ਮਨਸਾ ਥੰਮ, ਜਦੋਂ ਸਾਡੇ ਮਨ ਦੀਆਂ ਇੱਛਾ ਥੰਮ ਜਾਂਦੀਆਂ ਨੇ, ਉਹ ਥੰਮ ਜਾਂਦੀਆਂ ਨੇ ਜਦੋਂ ਭਾਈ ਸੁੰਨ ਹੋ ਜਾਂਦਾ, ਫਿਰ ਉਹ ਧੁਰਕੀ ਬਾਣੀ ਪ੍ਰਗਟ ਹੁੰਦੀ ਆ। ਉਹੀ ਨਰਸਿੰਘ ਆ, ਉਹ ਹੁਕਮ ਹੈ, ਉਹ ਨਾਮ ਹੈ। ਉਹ ਕਿਹਨਾਂ ਦੇ ਅੰਦਰ ਪ੍ਰਗਟ ਹੁੰਦਾ ਹੈ? ਪ੍ਰਗਟੇ ਗੋਪਾਲ ਮਹਾਤ ਕੇ ਮਾਥੇ, ਨਾਨਕ ਕੁਦਰੇ ਤਿਨ ਕੇ ਸਾਥੇ। ਉਹਨਾਂ ਨਾਲ ਮਿਲ ਕੇ ਸੰਸਾਰ ਦਾ ਉਧਾਰ ਹੋ ਸਕਦਾ ਹੈ, ਕਿਉਂਕਿ ਉਹਨਾਂ ਨੇ ਪ੍ਰਾਪਤੀ ਕੀਤੀ ਹੋਈ ਹੈ ਆਤਮਾ ਕਰਕੇ। ਸਰੀਰ ਕਰਕੇ ਤਾਂ ਅਸੀਂ ਸਾਰੇ ਪੂਰਨ ਬੰਨੀ ਜਾਂਦੇ ਹਾਂ ਭਾਈ। ਇਹਨੂੰ ਸਮਝਣਾ, ਵਿਚਾਰਨਾ। ਉਹ ਕੌਣ ਨੇ ਗੁਰਸਿੱਖ? ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ। ਕੀਤੀ ਛੁੱਟੀ ਨਾਲ ਰੋਜ਼ ਪੜ੍ਹਦੇ ਹਾਂ ਆਪਾਂ, ਅਮਲ ਨਹੀਂ ਕਰਦੇ ਹੈਗੇ। ਧਨ ਧਨ ਜਨ ਆਇਆ, ਜਹ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਭਾਓ, ਜਨ ਕੇ ਸੰਗ ਚਿਤਾਵੇ ਨਾਓ। ਕੀ ਸਵਾਰਥ ਹੁੰਦਾ ਉਹਨਾਂ ਦਾ? ਕੀ ਸੁਭਾਅ ਹੁੰਦਾ? ਜਿੱਥੇ ਵੀ ਜਾਂਦੇ ਆ ਉਹ ਕੁਦਰਤ ਨਾਲ ਜੋੜਦੇ ਆ, ਗੁਰੂ ਨਾਲ ਜੋੜਦੇ ਆ ਸੰਗਤ ਨੂੰ। ਇਹੀ ਤਾਂ ਧਿਆਨ ਰੱਖਣਾ। ਕੌਣ ਨੇ ਭਾਈ? ਉਹੀ ਤਾਂ ਨਾਮ ਵਾਲੇ ਨੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਸਰਨ ਜੋਗ ਸੁਨ ਸਰਨੀ ਆਏ, ਕਰ ਕਿਰਪਾ ਪ੍ਰਭਾਪ ਮਿਲਾਏ। ਯੋਗ ਹੁੰਦਾ ਹੈ ਮਿਲਾਪ। ਜਦੋਂ ਬਾਣੀ ਨੂੰ ਅਸੀਂ ਵਿਚਾਰਦੇ ਹਾਂ, ਮਨ ਬੁੱਧੀ ਤਿਆਗ ਕਰਕੇ ਭਾਈ ਸਰਨ ਚਲੇ ਜਾਂਦੇ ਨੇ, ਉਹਦੀ ਸਰਨ ਪਹੁੰਚ ਜਾਂਦੇ ਨੇ, ਫਿਰ ਉਹਨਾਂ ਦਾ ਮਿਲਾਪ ਹੋ ਜਾਂਦਾ ਹੈ। ਪਰ ਉਹਦੀ ਕਿਰਪਾ ਤੋਂ ਬਿਨਾਂ ਤਾਂ ਮਿਲਾਪ ਨਹੀਂ ਹੋਣਾ ਭਾਈ। ਕਿਰਪਾ ਅਸੀਂ ਮੰਗਦੇ ਨਹੀਂ, ਇਸ ਤਾਂ ਲੋਕਾਂ ਦੀ ਕਿਰਪਾ ਕਰਨ ਲੱਗ ਜਾਂਦੇ ਹਾਂ। ਸਾਡੀ ਇਹ ਅਵਸਥਾ ਹੈਗੀ ਹੈ, ਪਰ ਅਸੀਂ ਮੰਨਦੇ ਨਹੀਂ ਹੈਗੇ। ਮਨ ਸਿਆਣਾ ਬਣ ਜਾਂਦਾ ਬਹੁਤ ਵੱਡਾ, ਭੇਖ ਪਹਿਨ ਕੇ ਆਪਦੇ ਆਪ ਨੂੰ ਰੱਬ ਬਣ ਜਾਂਦਾ ਹੈ। ਅਨੇਕਾਂ ਉਪਦੇਸ਼ ਪਏ ਨੇ ਆਪਣੇ ਕੋਲ ਬਾਣੀ 'ਚ। ਭੇਖ ਅਨੇਕ ਅਗਰ ਨਹੀਂ ਬੂਝੇ ਕੋਟ ਆਪਾ, ਦਰਗੇ ਨਹੀਂ ਸੀ। ਜੇ ਭੇਖ ਨਾਲ ਦਰਗਾਹ ਦੀ ਸੋਝੀ ਹੋ ਜੂ, ਕਾਲ ਛੱਡ ਦੂਗਾ। ਨਹੀਂ, ਇਹ ਗਲਤੀ ਨਹੀਂ ਕਰਨੀ। ਜੀਵਨ ਵਾਰ-ਵਾਰ ਨਹੀਂ ਮਿਲਦਾ। ਮਿਟ ਗਏ ਵੈਰ ਪਏ ਸਭ ਰਹਿਣ, ਅੰਮ੍ਰਿਤ ਨਾਮ ਸਾਧ ਸੰਗ ਲੈਣ। ਉਸ ਅਵਸਥਾ ਦੇ ਵਿੱਚ ਜਾ ਕੇ ਸਾਡੇ ਗੁਣਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਰਿਆਂ ਦੀ ਜਿਹੜੇ 4 ਗੁਣ ਅਸੀਂ ਲੈਣ ਆਏ ਹਾਂ, ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ, ਇਹ 4 ਗੁਣਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਵੈਰ ਵਿਰੋਧ ਸੰਸਾਰ ਨਾਲ ਖਤਮ ਹੋ ਜਾਂਦਾ। ਉਹ ਹੈ ਸਾਧ ਸੰਗਤ ਭਾਈ। ਉਸ ਅਵਸਥਾ 'ਚ ਨਾਮ ਦਾ ਦਰਸ਼ਨ ਹੁੰਦਾ ਹੈ। ਉਹ ਤੀਜਾ ਪਦਾਰਥ ਆਪਣਾ ਜਨਮ ਪਿੱਛੇ ਵੀ ਵਿਚਾਰਿਆ। ਪਹਿਲਾ ਗਿਆਨ, ਦੂਜਾ ਮੁਕਤੀ, ਤੀਜਾ ਨਾਮ, ਚੌਥਾ ਜਨਮ। ਅੱਗੇ ਸਤਿਗੁਰ ਕੀ ਸਮਝਾਉਂਦੇ? ਉਹ ਗੁਰਸਿੱਖਾਂ 'ਤੇ ਕੀ ਕਿਰਪਾ ਰਹਿਮਤ ਹੁੰਦੀ ਹੈ। ਸੋ ਪ੍ਰਸੰਨ ਪਏ ਗੁਰਦੇਵ, ਪੂਰਨ ਹੋਏ ਸੇਵਕ ਕੀ। ਉਹ ਸੇਵਕ ਦੀ ਕਾਲਣਾ ਪੂਰੀ ਹੋ ਜਾਂਦੀ ਹੈ, ਗੁਰਦੇਵ ਪ੍ਰਸੰਨ ਹੋ ਜਾਂਦਾ ਹੈ। ਹਰ ਜਨ ਦੋ ਏਕ ਹੈ ਵੀ ਵਿਚਾਰ ਕਿਸੇ ਨਹੀਂ, ਇੱਕ ਹੀ ਹੋ ਜਾਂਦੇ, ਦੂਜੀ ਵਿਚਾਰਤਾ ਰਹਿੰਦੀ ਹੀ ਨਹੀਂ। ਇਸ ਤੋਂ ਉੱਪਰ ਨਾ ਹੀ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ, ਇਹਦੇ ਉੱਪਰ ਤਾਂ ਸੋਝੀ ਹੀ ਨਹੀਂ ਕੋਈ ਪਾਈ ਹੈਗੀ। ਸੋ ਅਟਲ ਗੁਰਸੇਵੀ ਆਪਦੇ ਘਰ ਪਹੁੰਚ ਜਾਂਦੇ ਨੇ। ਉਹੀ ਤਾਂ ਸਮਝਾਉਂਦੇ ਨੇ ਫਿਰ। ਸੁਪ੍ਰਸੰਨ ਪਏ ਗੁਰਦੇਵ, ਪੂਰਨ ਹੋਏ ਸੇਵਕ ਕੀ। ਸੇਵਕ ਦੀ ਸੇਵਾ ਪੂਰੀ ਹੋ ਗਈ ਜਿੰਨੀ ਆਪਾਂ ਕਾਲਣਾ ਕਮਾਈ ਕੀਤੀ। ਰਹਿਮਤ ਕਰਤੀ ਕੁਦਰਤ ਨੇ। ਫਿਰ ਕੀ ਉਹਨਾਂ 'ਤੇ ਰਹਿਮਤ ਹੋਈ? ਆਲ ਜੰਜਾਲ ਬਿੰਗਾਰ ਤੇ ਰਹਤੇ, ਰਾਮ ਨਾਮ ਸੁਣ ਰਸਨਾ ਕਹਤੇ। ਅੰਦਰੋਂ ਨਾਮ ਰਾਮ ਦੀ ਵਿਚਾਰ 'ਚ ਲੱਗੇ ਰਹਿੰਦੇ ਆ, ਰਸਨਾ ਬੁੱਧੀ ਰਾਹੀਂ ਉਚਾਰਨ ਕਰਦੇ ਆ, ਸੰਗਤ ਨੂੰ ਸਮਝਾਉਂਦੇ ਨੇ। ਉਹੀ ਭਾਈ ਗੁਰਸਿੱਖ ਨੇ ਆਪਦਾ ਮਾਇਆ ਦਾ ਜਾਲ ਕੱਟ ਕੇ ਉਹਦੇ ਚਰਨਾਂ 'ਚ ਪਹੁੰਚ ਜਾਂਦੇ ਨੇ। ਆਪਾਂ ਵੀ ਪਹੁੰਚਣਾ ਭਾਈ। ਕਰ ਪ੍ਰਸਾਦ ਦਿਆ ਪ੍ਰਭ ਧਾਰੀ, ਨਾਨਕ ਨਿਭੀ ਖੇਪ ਹਮਾਰੀ। ਇਹ ਖੇਪ ਹੈ ਨਾਮ ਦੀ ਭਾਈ, ਇਹੀ ਮਨ 'ਤੇ ਲੱਦਣੀ ਹੈ।
फिर मन ने टिकना। ज्ञान का बद्धा मन रहे गुर बिन ज्ञान ना होए। कुंभे बद्धा जल रहे जल बिन कुंभ ना ਹੋਏ। ਉਹ ਬਾਹਰਲੇ ਪੱਖ ਨੇ ਭਾਈ ਪਾਣੀ ਰੱਖਦੇ ਹਾਂ, ਜੋ ਵੀ ਅਸੀਂ ਕਰਮ ਕਰਦੇ ਹਾਂ, ਇਹ ਮਨ ਨੇ ਗਿਆਨ ਤੋਂ ਬਿਨਾਂ ਨਹੀਂ ਟਿਕਣਾ। ਬਾਣੀ ਮਨ ਨੂੰ ਵਸ ਕਰਦੀ ਵਿਧੀ ਹੈ। ਅਸੀਂ ਤਾਂ ਰੱਬ ਨੂੰ ਵਸ ਕਰੀ ਜਾਂਦੇ ਹਾਂ, ਉੱਥੋਂ ਅਸੀਂ ਕਿਰਾਏ ਪੈ ਜਾਂਦੇ ਹਾਂ। ਗੁਰ ਉਪਦੇਸ਼ ਨੂੰ ਚੰਗੀ ਤਰ੍ਹਾਂ ਵਿਚਾਰਦੇ ਨਹੀਂ ਨਾ ਹੈਗੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਪ੍ਰਭ ਦੀ ਉਸਤਤ ਉਸ ਅਵਸਥਾ 'ਚ ਜਾ ਕੇ ਹੁੰਦੀ ਹੈ, ਦੇਵ ਲੋਕ ਪਹੁੰਚ ਕੇ ਹੁੰਦੀ ਹੈ, ਜਦੋਂ ਸਾਡਾ ਇਕਾਗਰ ਚੀਤ ਹੁੰਦਾ, ਸ਼ਾਂਤ ਹੋ ਜਾਂਦੀ ਆਤਮਾ। ਉਹੀ ਤਾਂ ਗੁਰਸਿੱਖ ਨੇ ਫੇਰ ਹੀ ਆਰਾਧਨਾ ਹੋ ਗਈ। ਅਸੀਂ ਸਰੀਰ ਕਰਕੇ ਭਗਤੀਆਂ ਕਰਦੇ ਰਹੇ, ਸਰੀਰ ਦੀ ਸਮਾਧੀ ਲਾਉਂਦੇ ਰਹੇ। ਨਹੀਂ ਭਾਈ, ਮਨ ਦੀ ਲਾਉਣੀ ਹੈ। ਸੁਨ ਸਮਾਧ ਤੈ ਅਨਹਦ ਨਾਦ, ਕਹੀ ਨਾ ਜਾਈ ਅਚਰਜ ਬਿਸਮਾਦ। ਸੁਖ ਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੇ ਸੁਹੋਤ ਨਿਦਾਨ। ਨਾਮ ਦਾ ਖਜ਼ਾਨਾ ਉਹਨਾਂ ਦੇ ਅੰਦਰ ਪ੍ਰਗਟ ਹੋ ਜਾਂਦਾ। ਐਸੀ ਸੁੱਖਾਂ ਦੀ ਮਨੀ ਹੈ, ਮਣੀ ਨਹੀਂ ਮਨੀ, ਮਨਾਂ ਨੂੰ ਸੁੱਖ ਦੇਣ ਵਾਲੀ। ਇਹ ਗੋਬਿੰਦ ਦਾ ਨਾਮ ਹੈ, ਗੋਬਿੰਦ ਦਾ ਗਿਆਨ ਹੈ। ਉਹੀ ਆਪਾਂ ਪ੍ਰਾਪਤ ਕਰਨਾ ਵਾ। ਜਿਹੜੇ ਸੁਣ ਕੇ ਵਿਚਾਰਨਗੇ ਉਹ ਅਮਰ ਹੋ ਜਾਣਗੇ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਸਾਰੇ ਉਹਦੀ ਨਾਂ ਨੇ ਭਾਈ। ਗੋਪਾਲ, ਗੋਬਿੰਦ, ਦਾਮੋਦਰ। ਹੁਕਮ ਦੇ ਨਾਲ ਸਾਰਾ ਉਹਦੇ ਰਾਹੀਂ ਸਾਡੇ ਧਰੀਬ ਦੁਨੀਆ ਜਿਹੜੀ ਅੰਤਰਾਤਮਾ ਦੀ ਆਵਾਜ਼ ਹੈ, ਉਹਦੇ ਰਾਹੀਂ ਸਾਨੂੰ ਸਾਰਾ ਕੁਛ ਮਿਲ ਰਿਹਾ ਵਾ। ਸਾਨੂੰ ਪਹਿਲਾਂ ਉਹਦੇ ਹੀ ਦਰਸ਼ਨ ਹੋਣਾ। ਸਤਿਗੁਰ ਵੀ ਉਹਨੂੰ ਹੀ ਕਿਹਾ ਗਿਆ ਵਾ। ਸਰਬ ਇੱਛਾ ਤਾਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਕੋਈ ਇੱਛਾ ਰਹਿੰਦੀ ਨਹੀਂ, ਸਭੇ ਇੱਛਾ ਪੂਰੀਆਂ ਜਾਂ ਪਾਇਆ ਗਮ ਅਪਾਰਾ। ਪ੍ਰਧਾਨ ਪੁਰਖ ਦਰਗਾਹ ਦੇ ਵਿੱਚ ਉਹਨੂੰ ਵੱਡਾ ਮੰਨਿਆ ਜਾਂਦਾ ਸੰਸਾਰ ਦੇ ਵਿੱਚ। ਉਹ ਗੁਰਸਿੱਖ ਦੀ ਅਵਸਥਾ ਬਾਰੇ ਸਤਿਗੁਰ ਸਮਝਾ ਰਹੇ ਨੇ, ਜਿਹਦੀ ਆਰਾਧਨਾ ਚਾਲੂ ਆ। ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਊਚ ਪਾਏ ਅਸਥਾਨ। ਬਹੁਰ ਨਾ ਹੋਵੇ ਆਵਨ ਜਾਣ। ਉਹਨਾਂ ਦਾ ਆਉਣਾ ਜਾਣਾ ਖਤਮ ਹੋ ਜਾਂਦਾ ਹੈ। ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਮਨ ਬੁੱਧੀ ਦਰਸ਼ਨ ਕਰ ਲੈਂਦੇ ਨੇ ਆਪਦੇ ਮੂਲ ਦਾ। ਪਹਿਲਾਂ ਹਰ ਦਾ, ਫਿਰ ਨਾਮ ਦਾ ਹੁੰਦਾ ਹੈ। ਜੰਮਣ ਮਰਨ ਉਹਨਾਂ ਦਾ ਖਤਮ ਹੋ ਜਾਂਦਾ ਹੈ। ਸਭ ਤੇ ਊਚ ਪਾਏ ਅਸਥਾਨ, ਐਡੂ ਉੱਚੀ ਅਵਸਥਾ ਹੀ ਨਹੀਂ ਕੋਈ ਪਾਈ ਹੈਗੀ। ਉਹ ਟਲ ਗੁਰ ਸੇਵੀਏ। ਫਿਰ ਆਪਾਂ ਇਹਨੂੰ ਸੇਵਣਾ, ਸਮਝਣਾ, ਵਿਚਾਰਨਾ, ਫਿਰ ਸਾਨੂੰ ਇਹ ਅਵਸਥਾ ਪ੍ਰਾਪਤ ਹੋਣੀ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਧਰੇ ਮੁੱਚਾ। ਜਿਹੜੇ ਉਹਨੂੰ ਸਿਮਰਨ ਨੂੰ ਪ੍ਰਾਪਤ ਕਰ ਲੈਣਗੇ, ਸੋਝੀ ਲੈ ਲੈਣਗੇ, ਗਿਆਨ ਲੈ ਲੈਣਗੇ, ਪਤਾ ਨਹੀਂ ਕਿੰਨੇ ਕੁ ਦਾ ਆਧਾਰ ਹੋ ਗਿਆ, ਗਿਣਤੀ ਤੋਂ ਪਰੇ ਹੀ ਹੈ। ਜਿਹੜੇ ਚਲੇ ਜਾਂਦੇ ਉਹ ਤਾਂ ਵਾਪਸ ਆਉਂਦੇ ਹੀ ਨਹੀਂ ਹੈਗੇ। ਜਿਵੇਂ ਸਮੁੰਦਰ 'ਚ ਅਸੀਂ ਜਾ ਰਹੇ ਹਾਂ, ਹੌਲੀ ਹੌਲੀ ਸਮੁੰਦਰ ਦੇ ਵਿੱਚ ਨੂੰ ਜਾ ਰਹੇ, ਜਦੋਂ ਡੁੱਬ ਜਾਂਗੇ ਫਿਰ ਕੀ ਦੱਸਾਂਗੇ ਭਾਈ? ਇਹ ਗਿਆਨ ਦਾ ਸਮੁੰਦਰ ਹੈ। ਇਹੀ ਤਾਂ ਭੇਦ ਹੈ ਭਗਤੀ ਦੇ ਵਿੱਚ। ਸਭ ਤੇ ਊਚ ਪਾਏ ਸਥਾਨ, ਬਹੁਰ ਨਾ ਹੋਵੇ ਆਵਨ ਜਾਨ। ਹਰ ਧਨ ਖਾਟ ਚਲੇ ਜਨ ਸੋਈ, ਨਾਨਕ ਜਿਸੇ ਪ੍ਰਾਪਤ ਹੋ। ਉਹਨਾਂ ਨੂੰ ਪ੍ਰਾਪਤ ਹੋ ਭਾਈ, ਜਿਹੜੇ ਕਮਾਈ ਕਰਨਗੇ, ਗੁਰੂ ਭਗਤ ਸਾਹਿਬਾਨਾਂ ਦੇ ਮਾਰਗ 'ਤੇ ਚੱਲਣਗੇ। ਇਹ ਹਰ ਧਨ ਉਹ ਖੱਟਣਗੇ। ਕਿ ਸਤਿਗੁਰ ਕੀ ਸਮਝਾਉਂਦੇ ਨੇ? ਖੇਮ ਸ਼ਾਂਤ ਰਿੱਧ ਨਵ ਨਿੱਧ, ਬੁੱਧ ਗਿਆਨ ਸਰਬ ਤੈ ਸਿੱਧ। ਰਿੱਧੀਆਂ ਸਿੱਧੀਆਂ ਜਿਹੜੀਆਂ ਰਹਿ ਜਾਂਦੀਆਂ, ਸਾਰੀਆਂ ਥੱਲੇ ਰਹਿ ਜਾਂਦੀਆਂ। ਸਾਡੀ ਰਿੱਧੀ ਕੀ ਹੈ, ਸਿੱਧੀ ਕੀ ਹੈ? ਜਦੋਂ ਸ਼ਾਂਤ ਤਿਆਗ ਹੁੰਦਾ ਵਾ, ਮਨ ਬੁੱਧੀ ਸ਼ਾਂਤ ਰਹਿੰਦੇ ਹੈ, ਆਪਦੇ ਮੂਲ ਹਰ 'ਚ ਲਾਏ ਹੋ ਜਾਂਦੇ। ਰਿੱਧ ਮਾਇਆ ਦਾ ਗਿਆਨ, ਜਿਹਨੇ ਮਾਇਆ ਬਣਾਈ ਹੈ, ਉਹਨਾਂ ਨੇ ਸਮਝਾਇਆ ਆਪਾਂ ਨੂੰ ਕਿਵੇਂ ਬਣਾਈ ਹੈ। ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰੈ ਭਵਨ ਸਾਜਿਆ, ਘਟ ਘਟ ਜੋ ਸਮੋਏ। ਅਸੀਂ ਤਾਂ ਕੁਛ ਨਹੀਂ ਬਣਾਇਆ ਇੱਥੇ, ਸਾਨੂੰ ਤਾਂ ਸਰੀਰ ਵੀ ਉਹ ਨਹੀਂ ਦਿੱਤਾ। ਫਿਰ ਅਸੀਂ ਉਹਦਾ ਹੀ ਵਿਰੋਧ ਕਰਦੇ ਹਾਂ। ਕਿਉਂ ਵਿਰੋਧ ਕਰਦੇ ਹਾਂ? ਸਾਨੂੰ ਗਿਆਨ ਨਹੀਂ ਹੈਗਾ। ਨਵ ਨਿੱਧ ਨਾਮ ਦੀ ਪ੍ਰਾਪਤੀ, ਬੁੱਧ ਗਿਆਨ, ਬੁੱਧ 'ਚ ਕਮੀ ਨਹੀਂ ਰਹਿੰਦੀ, ਪੂਰਨ ਹੋ ਜਾਂਦੀ ਹੈ। ਪੂਰਨ ਗਿਆਨ ਹੋ ਜਾਂਦਾ, ਪੂਰਾ ਪ੍ਰਭ ਰਾਧਿਆ, ਪੂਰਾ ਜਾ ਕਾ ਨਾਉ, ਕਮੀ ਨਹੀਂ ਰਹਿੰਦੀ। ਉਹ ਗੁਰਸਿੱਖਾਂ ਸਰਬ ਤਹਿ ਸਿੱਧ, ਸਾਰੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ। ਕਿਵੇਂ ਸਮਝਾਉਣਾ ਉਹਨੂੰ ਯੁਕਤੀ ਆ ਜਾਂਦੀ ਹੈ। ਕਿਵੇਂ ਸੰਸਾਰ ਚੱਲ ਰਿਹਾ, ਕਿਹਦੇ ਇਹਦੇ ਪਿੱਛੇ ਕਿਹੜੀ ਸ਼ਕਤੀ ਕੰਮ ਕਰਦੀ ਹੈ, ਸਾਰਾ ਗਿਆਨ ਹੋ ਜਾਂਦਾ ਹੈ। ਉਹ ਗੁਰਸਿੱਖਾਂ ਦੀ ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉੱਤਮ ਸਨਾਨ। ਵਿਦਿਆ ਬ੍ਰਹਮ ਵਿਦਿਆ ਪੂਰੀ ਹੋ ਜਾਂਦੀ ਹੈ। ਵਿਦਿਆ ਦਾ ਤਿਆਗ ਕਰ ਦਿੰਦੇ ਨੇ, ਸੰਸਾਰੀ ਪੜ੍ਹਾਈ ਦਾ, ਸੰਸਾਰੀ ਮੱਤਾਂ ਦੀ, ਜੋ ਅਸੀਂ ਪਹਿਲਾਂ ਕਰਦੇ ਆਏ ਸੀ। ਵਿਦਿਆ ਤਪ, ਤਪ ਉਹਨਾਂ ਦਾ ਪੂਰਾ ਹੋ ਗਿਆ, ਯੋਗ ਮਿਲਾਪ ਹੋ ਗਿਆ, ਪੂਰਨ ਧਿਆਨ ਲੱਗ ਜਾਂਦਾ ਹੈ। ਕਿਹਦੇ ਨਾਲ ਧਿਆਨ ਲਾ ਕੇ ਮਨ ਨੂੰ ਸ਼ਾਂਤ ਰੱਖਦੇ ਨੇ? ਮਨ ਬੁੱਧੀ ਆਪਦੇ ਮੂਲ ਹਰ ਨਾਲ ਜੁੜ ਕੇ ਗਿਆਨ ਨਾਲ। ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਰੋਗਾ। ਆਪਾਂ ਇੱਥੇ ਇਸ਼ਨਾਨ ਬਾਰੇ ਵੀ ਵਿਚਾਰ ਕਰ ਲਈਏ। ਇਸ਼ਨਾਨ ਮਨ ਦਾ ਹੋਣਾ ਭਾਈ, ਨਹਾਉਣਾ ਸਰੀਰ ਦਾ ਹੁੰਦਾ ਵਾ। ਰਾਮਦਾਸ ਸਰੋਵਰ ਨਹਾਤੇ, ਉਹ ਆ ਰਾਮਦਾਸ ਸਰੋਵਰ ਭਾਈ ਨਾਮ ਦਾ। ਉੱਥੇ ਕੌਣ ਜਾਂਦੇ ਨੇ? ਉਹੀ ਗੁਰਸਿੱਖ।
ਭਾਸ਼ਾ ਦੀ ਵਾਰ ਦੇ ਬਚਨ ਲੈ ਲਈ ਸਤਿਗੁਰਾਂ ਦੇ। ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ। ਆਤਮਾ ਨੇ ਤੀਰਥ ਨੂੰ ਜਾਣਾ ਭਾਈ, ਸਰੀਰ ਕਰਕੇ ਤਾਂ ਸਾਰੇ ਹੀ ਜਾਂਦੇ ਨੇ। ਉਹ ਤਾਂ ਸਰੀਰ ਦੇ ਤੀਰਥ ਨੇ, ਆਪਾਂ ਜਾਣਦੇ ਹੀ ਹਾਂ ਸਾਰੇ। ਉਹ ਤਾਂ ਕੱਟੇ ਨੇ ਬਾਣੀ ਨੇ ਭਾਈ, ਪਰ ਪਹਿਲਾਂ ਸਾਨੂੰ ਜਾਣਾ ਹੀ ਪੈਂਦਾ ਜਦ ਤੱਕ ਗਿਆਨ ਨਹੀਂ ਹੁੰਦਾ। ਅੰਤਰ ਮੈਲ ਬਾਹਰ ਕਾ ਨਾ ਹੋਏ ਜੀਓ। ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ, ਉਹ ਸਭ ਤੋਂ ਉੱਤਮ ਇਸ਼ਨਾਨ ਆ, ਉਹੀ ਮਾਘੀ ਦਾ ਇਸ਼ਨਾਨ ਆ। ਪਰ ਅਸੀਂ ਪਹਿਲਾਂ ਵਾਰ ਕਰਦੇ ਹਾਂ, ਬਾਹਰ ਗੁਰੂ ਘਰ ਜਾ ਕੇ ਗਿਆਨ ਲੈਣਾ। ਆਪਾਂ ਕਿਤੇ ਵੀ ਜਾਈਏ ਗੁਰਸ਼ਬਦ ਕਨੀ ਧਿਆਨ ਰੱਖਾਂਗੇ ਤਾਂ ਇਹ ਪ੍ਰਾਪਤੀ ਹੋਣੀ ਹੈ। ਸਾਰੀਆਂ ਮਤਾਂ ਦਾ ਤਿਆਗ ਕਰਾਂਗੇ। ਗੱਗਾ ਗੁਰ ਕੇ ਬਚਨ ਪਸਾਨਾ, ਦੂਜੀ ਬਾਤ ਨਾ ਧਰਨੀ ਕਰਨਾ। ਦੂਜੀ ਤਾਂ ਧਰਨੀ ਇਹ ਨਹੀਂ ਹੈਗੀ। ਜਦੋਂ ਗੁਰ ਸ਼ਬਦ ਦੀ ਵਿਚਾਰ ਚੱਲਦੀ ਹੈ, ਗੁਰੂ ਦੀ ਜਿਹੜੀ ਵਿਚਾਰ ਆ ਉਹਨੂੰ ਹੀ ਸਮਝਣਾ, ਵਿਚਾਰਨਾਮਾ ਸੁਣਨਾਮਾ ਪੂਰੇ ਧਿਆਨ ਨਾਲ, ਜਿੰਨੀ ਬੁੱਧੀ ਆਪਾਂ ਨੂੰ ਦਿੱਤੀ ਹੈ ਉਹਨੇ। ਫਿਰ ਹੌਲੀ ਹੌਲੀ ਗਿਆਨ ਵੱਧਦਾ ਚੱਲਿਆ ਜਾਂਦਾ ਹੈ। ਇੱਕ ਦਿਨ ਐਸਾ ਆ ਜਾਂਦਾ ਜੋ ਆਪਾਂ ਅਸ਼ਟਪਦੀ ਵਿਚਾਰ ਰਹੇ 24ਵੀਂ ਤੁਹਾਡੇ 'ਤੇ ਵੀ ਆਊਗਾ, ਆਪਾਂ ਵੀ ਇਹ ਪ੍ਰਾਪਤੀ ਕਰਨੀ ਹੈ। ਪਰ ਜੇ ਸੁਣਦੇ ਵਿਚਾਰਦੇ ਰਹਾਂਗੇ। ਸਭ ਕੇ ਮਦ ਸਗਲ ਤੇ ਉਦਾਸ, ਚਾਰ ਪਦਾਰਥ ਕਮਲ ਪ੍ਰਗਾਸ। ਸਭ ਕੇ ਮਦ ਸਗਲ ਤੇ ਉਦਾਸ, ਸਾਰਿਆਂ ਵਿੱਚ ਰਹਿੰਦਾ ਹੋਇਆ ਵੀ ਉਹ ਕੰਬਲ ਦੇ ਫੁੱਲ ਵਾਂਗੂ ਗੁਰਸਿੱਖ ਖਿੜਿਆ ਰਹਿੰਦਾ ਵਾ। ਕੋਈ ਆਪਦੇ ਘਰ ਪਹੁੰਚ ਗਿਆ ਹੁੰਦਾ, ਸੰਸਾਰ ਤੋਂ ਉਹਦਾ ਛੁਟਕਾਰਾ ਹੋ ਗਿਆ ਹੁੰਦਾ, ਜੰਮਣ ਮਰਨ ਤੋਂ, ਕਾਲ ਤੋਂ ਮੁਕਤ ਹੋ ਗਿਆ ਹੁੰਦਾ। ਉਹਨੂੰ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੋ ਜਾਂਦੀ, ਜਿਹੜੇ ਆਪਾਂ ਪਿੱਛੇ ਵੀ ਵਿਚਾਰਦੇ ਆਏ। ਚਾਰ ਪਦਾਰਥ ਜੇ ਕੋ ਮੰਗੇ, ਸਾਧ ਜਨਾਖੀ ਸੇਵਾ ਲਾਗੇ। ਸਾਜਨਾਂ ਦੀ ਬਾਣੀ ਹੈ ਭਾਈ। ਚਾਰ ਪਦਾਰਥ ਕਿਹੜੇ ਨੇ? ਗਿਆਨ ਪਦਾਰਥ ਪਹਿਲਾਂ ਮਿਲਣਾ ਆਪਾਂ ਨੂੰ ਗੁਰਸ਼ਬਦ 'ਚੋਂ, ਜਿਹੜਾ ਗਿਆਨ ਹੋਣਾ ਉਹਦੇ ਨਾਲ ਫਿਰ ਸਾਨੂੰ ਸੰਤੋਖ ਮੁਕਤੀ ਮਿਲ ਜਾਣੀ ਹੈ। ਫਿਰ ਸੰਤੋਖ ਤੋਂ ਬਾਅਦ ਸਾਡੀ ਇਹ ਭਗਤੀ ਸ਼ੁਰੂ ਹੋਣੀ ਹੈ। ਸੰਤੋਖ ਸਾਨੂੰ ਆਇਆ ਨਹੀਂ, ਗਿਆਨ ਸਾਨੂੰ ਹੋਇਆ ਨਹੀਂ, ਸਰੀਰ ਕਰਕੇ ਅਸੀਂ ਪੂਰਨ ਹੋ ਜਾਂਦੇ, ਉਹ 'ਚੋਂ ਹੰਕਾਰ ਪੈਦਾ ਹੋ ਜਾਂਦਾ। ਇਹ ਤੋਂ ਬਚਣਾ ਆਪਾਂ। ਸਤਿਗੁਰ ਸਮਝਾਉਂਦੇ ਨੇ ਚਾਰ ਪਦਾਰਥ ਕਮਲ ਪ੍ਰਗਾਸ, ਕਮਲ ਫੁੱਲ ਵਾਂਗੂ ਉਹ ਗੁਰਸਿੱਖ ਖਿੜੇ ਰਹਿੰਦੇ ਨੇ, ਉਹਨਾਂ ਦੇ ਅੰਦਰ ਪ੍ਰਗਾਸ ਰਹਿੰਦਾ, ਚਾਨਣ ਰਹਿੰਦਾ, ਹਨੇਰਾ ਖਤਮ ਹੋ ਜਾਂਦਾ। ਸਾਰਿਆਂ ਵਿੱਚ ਰਹਿੰਦੇ ਹੋਏ ਵੀ ਹੁਕਮ ਦੇ ਅੱਗੇ ਉਹ ਝੁਕੇ ਰਹਿੰਦੇ ਨੇ। ਉਹ ਕੌਣ ਨੇ? ਸੁੰਦਰ ਚਤੁਰ ਤਤ ਕਾ ਵੇਤਾ, ਸਮਦਰਸ਼ੀ ਏਕ ਦ੍ਰਿਸ਼ਟਿਤਾ। ਉਸ ਅਵਸਥਾ ਦੇ ਵਿੱਚ ਜਾ ਕੇ ਸਮਦ੍ਰਿਸ਼ਟੀ ਅਵਸਥਾ ਬਣਦੀ ਹੈ, ਜੋ ਕੁਦਰਤ ਸਾਰਿਆਂ ਨੂੰ ਪਾਲ ਰਹੀ ਹੈ। ਉਹ ਜਿਹਾ ਸੁਭਾਅ ਬਣ ਜਾਂਦਾ ਹੈ। ਉਹ ਭਗਤ ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਸਮਝਾਇਆ। ਸੰਸਾਰ ਸਮੁੰਦਰ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ ਮੈਂ ਜਾਨ, ਜਨ ਤਰਬੋ ਨਾ ਜਾਨੋ। ਅਨੇਕਾਂ ਉਪਦੇਸ਼ ਪਏ ਆਪਣੇ ਕੋਲੇ ਭਾਈ। ਇਹ ਅਵਸਥਾ ਦੀ ਜਿਹੜੀ ਵਿਚਾਰ ਆ, ਸਤਿਗੁਰ ਆਪਾਂ ਨੂੰ ਸਮਝਾ ਰਿਹਾ ਕਿਵੇਂ ਕਿਵੇਂ ਜੀਵਾਤਮਾ ਦੀ ਅਵਸਥਾ ਬਦਲਦੀ ਹੈ। ਯੁੱਗ ਨੇ ਉਹ ਵੀ ਅਵਸਥਾ ਦੇ ਨਾਂ ਨੇ। ਇਸ ਕਰਕੇ ਆਪਾਂ ਇਹਨੂੰ ਵਿਚਾਰਾਂਗੇ, ਫਿਰ ਹੀ ਆਪਾਂ ਨੂੰ ਇਹ ਪ੍ਰਾਪਤੀ ਹੋਊਗੀ। ਸੁੰਦਰ ਚਤੁਰ ਤਤ ਕਾ ਵੇਤਾ, ਸਮਦਰਸ਼ੀ ਏਕ ਦ੍ਰਿਸ਼ਟਿਤਾ। ਉਹੀ ਸਿਆਣੇ ਨੇ ਭਾਈ। ਉਹ ਆਤਮਾ ਕਰਕੇ ਸੁੰਦਰ ਹੋ ਜਾਂਦੇ ਆ। ਮਲੀਨਤਾ ਉਹਨਾਂ ਦੀ ਖਤਮ ਹੋ ਜਾਂਦੀ ਹੈ, ਕਿਉਂਕਿ ਉਹਨਾਂ ਨੇ ਕਮਾਈ ਕੀਤੀ ਹੈ। ਆਨੰਦ ਸਾਹਿਬ ਸਤਿਗੁਰਾਂ ਦੇ ਵਚਨ ਨੇ, ਮਨ ਧੋਵੋ ਗੁਰ ਸ਼ਬਦ ਲਾਗੋ। ਗੁਰ ਸ਼ਬਦ ਨਾਲ ਲੱਗ ਕੇ ਮਨ ਨੂੰ ਧੋਣਾ। ਜਨਮ ਜਨਮ ਕਾ ਵਿਛੜਿਆ ਹੈ ਮਨ, ਕਾਲਾ ਹੁਆ ਸਿਆਹੂ, ਖਨਲੀ ਧੋਤੇ ਉਜਲ ਨਾ ਹੋਵੇ, ਜੇ ਸੋ ਧੋਵੜ ਪਾਓ। ਵਿਚਾਰਦੇ ਰਹਾਂਗੇ ਗੁਰੂ ਸ਼ਬਦ ਦੇ ਗਿਆਨ ਨਾਲ, ਫਿਰ ਇਹਨੇ ਪਵਿੱਤਰ ਹੋਣਾ। ਪਵਿੱਤਰ ਤੋਂ ਬਾਅਦ ਫਿਰ ਇਹਨੇ ਪਨੀਤ ਹੋਣਾ। ਹੌਲੀ ਹੌਲੀ ਅਵਸਥਾ ਬਦਲਦੀਆਂ ਚਲੀਆਂ ਜਾਂਦੀਆਂ ਨੇ, ਜੇ ਅਸੀਂ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਦੇ ਹਾਂ। ਇਹ ਫਲ ਤਿਸ ਜਨ ਕੇ ਮੁਖ ਭਨੇ, ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਜਿਹੜੇ ਅੰਦਰੋਂ ਸੁਣਦੇ ਨੇ ਧੁਰ ਕੀ ਬਾਣੀ ਨੂੰ, ਇਹ ਫਲ ਕੀ ਗਿਆਨ ਉਹ ਗੁਰਸਿੱਖਾਂ ਦੇ ਮੁਖ 'ਚੋਂ ਉਚਾਰੇ ਜਾਂਦੇ ਨੇ। ਭਨੇ ਤੋਂ ਭਾਵ ਬੋਲੇ ਜਾਂਦੇ ਨੇ ਜਿਹੜੇ ਨਾਮ ਨਾਲ ਜੁੜੇ ਹੁੰਦੇ ਆ, ਹੁਕਮ ਦੀ ਆਸ 'ਤੇ ਬੈਠੇ ਹੁੰਦੇ ਆ, ਜਿਨ੍ਹਾਂ ਦੀ ਭਗਤੀ ਸ਼ੁਰੂ ਹੁੰਦੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਇਹ ਨਿਧਾਨ ਜਪੇ ਮਨ ਕੋਏ, ਸਭ ਯੁੱਗ ਮੇ ਤਾਂ ਕੀ ਗਤ ਹੋਏ। ਉਹਨਾਂ ਨੂੰ ਗਤੀ ਦੀ ਲੋੜ ਨਹੀਂ, ਉਹਨਾਂ ਦੀ ਪਰਮ ਗਤੀ ਹੋ ਜਾਂਦੀ ਹੈ। ਹਰ ਇੱਕ ਸਮੇਂ 'ਚ ਉਹਦੇ ਨਾਲ ਜੁੜੇ ਰਹਿੰਦੇ ਨੇ, ਆਪਦੇ ਘਰ ਪਹੁੰਚ ਜਾਂਦੇ ਨੇ। ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਵਖਾਣੇ। ਵੇਦ ਤੋਂ ਭਾਵ ਗਿਆਨ। ਸਿਮਰਤ ਸ਼ਾਸਤਰਾਂ ਦੇ ਵਿੱਚ ਵੀ ਵਿਚਾਰਿਆ ਗਿਆ ਵੀ ਉਹ ਧੁਨ ਰੂਪ ਹੈ। ਧੁਨ ਤੱਕ ਕਿਵੇਂ ਪਹੁੰਚਾਂਗੇ ਆਪਾਂ? ਕਿੱਥੋਂ ਸੁਣੀ ਜਾਊਗੀ ਆਪਾਂ ਨੂੰ? ਉਹੀ ਤਾਂ ਨਾਦ ਹੈ, ਉਹੀ ਤਾਂ ਨਾਮ ਹੈ। ਉਹ ਅੰਦਰ ਜਾ ਕੇ ਸੁਣੀ ਜਾਣੀ ਹੈ, ਬਿਨ ਕੰਨਾਂ, ਬਿਨ ਅੱਖੀਂ ਦੇਖਣਾ, ਬਿਨ ਕੰਨੀ ਸੁਣਨਾ, ਬਿਨ ਜੀਭੇ ਬੋਲਣਾ। ਉਹ ਅਵਸਥਾ ਦੀ ਗੱਲ ਸਤਿਗੁਰਾਂ ਨੇ ਸਮਝਾਈ ਹੈ। ਉਹ ਕੀ ਹੈ? ਨਾਮ। ਉਹ ਕੀ ਹੈ? ਹੁਕਮ। ਉਹ ਸਾਨੂੰ ਅੰਦਰੋਂ ਜਾ ਕੇ ਸੁਣਿਆ ਜਾਣਾ, ਮਨ ਮੈਂ ਆਪ, ਮਨ ਦੇ ਅੰਦਰ। ਪਰ ਹਾਲੇ ਤਾਂ ਸਾਡਾ ਸੰਸਾਰ 'ਚੋਂ ਛੁਟਕਾਰਾ ਨਹੀਂ ਹੋਇਆ ਭਾਈ। ਮ੍ਰਿਤ ਲੋਕ 'ਚ ਬੈਠੇ ਹਾਂ, ਇੱਥੇ ਸਾਰਾ ਕੁਛ ਨਹੀਂ ਭਾਲੀ ਜਾਂਦੇ। ਇਹ ਜਿਹੜਾ ਸਾਨੂੰ ਮਿਲ ਰਿਹਾ ਹੈ ਸਰੀਰ ਕਰਕੇ ਹੈ। ਪਿੱਛੇ ਆਪਾਂ ਸਲੋਕ ਵਿਚਾਰਿਆ, ਸਾਥ ਨਾ ਚਾਲੇ ਬਿਨ ਭਜਨ ਵੇਖਿਆ ਸਗਲੀ ਸਾਰ। ਉਹ ਸਰੀਰ ਕਰਕੇ ਆ। ਸਰੀਰ ਛੱਡਣਾ, ਸਰੀਰ ਨਾਲ ਸਮਾਪਤੀ ਉਹਦੀ ਹੋ ਜਾਣੀ ਹੈ। ਫਿਰ ਆਤਮਾ ਕਰਕੇ ਕੀ ਕਰਾਂਗੇ? ਉਹੀ ਕਮਾਈ ਕਰਨੀ ਹੈ।
ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੇ ਮਨ ਬਿਸਰਾਮ। ਜਿਹੜੇ ਗੋਬਿੰਦ ਦੇ ਭਗਤ ਕੌਣ ਨੇ? ਆਪਾਂ ਰੋਜ਼ ਵਿਚਾਰਦੇ ਹਾਂ, ਉਹੀ ਗੁਰਸਿੱਖ ਨੇ ਜਿਹੜੇ ਗੋਬਿੰਦ ਨੂੰ ਮੰਨਦੇ ਨੇ, ਗੋਬਿੰਦ ਦਾ ਜਸ ਕਰਦੇ ਨੇ। ਉਹਨਾਂ ਦਾ ਮਨ ਆਪਣੇ ਘਰ ਪਹੁੰਚ ਜਾਂਦਾ ਹੈ, ਵਿਸ਼ਰਾਮ ਕਰਦਾ ਹੈ। ਵਿਸ਼ਰਾਮ ਆਪਣੇ ਘਰ ਜਾ ਕੀ ਕਰਾਂਗੇ ਆਪਾਂ? ਘਰ ਤਾਲੇ ਪਹੁੰਚੇ ਨਹੀਂ, ਆਪਾਂ ਇੱਥੇ ਸਾਰਾ ਕੁਛ ਭਾਲੀ ਜਾਂਦੇ। ਤਾਂ ਦੁੱਖ ਸਾਗਰ ਹੈ ਭਾਈ। ਜਪਜੀ ਸਾਹਿਬ ਵੀ ਰੋਜ਼ ਪੜ੍ਹਦੇ ਹਾਂ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਬਾਣੀ ਸਾਨੂੰ ਦੁੱਖ ਸਾਗਰ 'ਚੋਂ ਕੱਢ ਕੇ ਸੁੱਖ ਸਾਗਰ ਲੈ ਕੇ ਜਾਂਦੀ। ਅਸੀਂ ਇੱਥੇ ਸਾਰਾ ਕੁਛ ਭਾਲੀ ਜਾਂਦੇ। ਤਾਂ ਮ੍ਰਿਤ ਲੋਕ ਆ, ਛੱਡਣਾ ਪੈਣਾ ਆਪਾਂ ਨੂੰ। ਗੋਬਿੰਦ ਭਗਤ ਕੇ ਮਨ ਬਿਸਰਾਮ। ਸਾਰੀਆਂ ਮੱਤਾਂ ਦਾ ਨਿਚੋੜ ਕੀ ਹੈ? ਜਿੰਨੀਆਂ ਸੰਸਾਰ 'ਚ ਦੇਖ ਰਹੇ ਹੋ, ਸਗਲ ਮਤਾਂਤ, ਸਾਰੀਆਂ ਮੱਤਾਂ ਦਾ ਉਹਨਾਂ 'ਚ ਅੰਤਰ ਰਹਿੰਦਾ ਹੈ, ਫਰਕ ਰਹਿੰਦਾ ਹੈ। ਇਹ ਇੱਕ ਮੱਤ ਹੈ ਭਾਈ ਸਾਰਿਆਂ ਦੀ। ਧਰੂ ਪ੍ਰਹਲਾਦ ਤੋਂ ਪਹਿਲਾਂ ਦਿੱਤਾ ਤ੍ਰੈ ਭਗਤ ਹੋਇਆ। ਇਹ ਸਾਰੀ ਇੱਕੋ ਹੀ ਗੱਲ ਹੈ। ਆਪਦੇ ਸਮੇਂ ਅਨੁਸਾਰ ਗੁਰੂ ਭਗਤ ਸਾਹਿਬਾਨਾਂ ਨੇ ਆਪਾਂ ਨੂੰ ਸਮਝਾਈ ਹੈ। ਹੁਣ ਆਪਾਂ ਇਹ ਪ੍ਰਾਪਤੀ ਕਰਨੀ ਹੈ, ਆਪਦੇ ਘਰ ਪਹੁੰਚਣਾ ਵਾ। ਸਗਲ ਮਤਾਂਤ ਕੇਵਲ ਹਰਨਾਮ। ਸਾਰੀਆਂ ਮੱਤਾਂ ਦਾ ਨਿਚੋੜ ਹਰਨਾਮ, ਇਹ ਆਪਾਂ ਪ੍ਰਾਪਤ ਕਰਨਾ ਹੈ। ਕੌਣ ਕਰਦੇ ਨੇ? ਗੋਬਿੰਦ ਭਗਤ ਕੇ ਜਿਹੜੇ ਗੁਰਸਿੱਖ ਹੁੰਦੇ ਨੇ ਭਾਈ। ਕੋਟ ਅਪਰਾਧ ਸਾਧ ਸੰਗ ਮਿਟੇ, ਸੰਤ ਕਿਰਪਾ ਤੇ ਜਮਤੇ ਛੋਟੇ। ਕਰੋਨਾ ਸਾਡੇ ਅਪਰਾਧ ਕੀਤੇ ਹੋਏ 84 ਲੱਖ ਜੂਨੀ ਦੇ ਗੇੜ ਵਿੱਚ, ਉਹ ਮਿਟ ਜਾਂਦੇ ਨੇ ਸੰਤ ਕਿਰਪਾ ਨਾਲ। ਬਾਣੀ ਸੰਤ ਕਾ ਮਾਰਗ ਹੈ ਭਾਈ। ਸੰਤ ਲੋਕ ਪਹੁੰਚ ਜਾਂਦੇ। ਅਸੀਂ ਰੋਜ਼ ਰਹਿ ਰਸ ਵੀ ਪੜ੍ਹਦੇ ਹਾਂ, ਕਰੋ ਬਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ। ਫਿਰ ਵੀ ਸੰਤ ਬਾਹਰ ਭਾਲੀ ਜਾਂਦੇ ਹਾਂ। ਉਹ ਭਾਈ ਸਰੀਰ ਕਰਕੇ ਨੇ, ਆਤਮਾ ਕਰਕੇ ਨੇ। ਆਤਮਾ ਕਰਕੇ ਪਹੁੰਚਣਾ ਸੰਤ ਲੋਕ ਆਪਾਂ। ਉਹ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ, ਉੱਥੇ ਜੰਮਣ ਮਰ ਨਹੀਂ ਹੁੰਦਾ ਹੈਗਾ। ਸੰਤ ਕਿਰਪਾ ਤੇ ਜਮਤੇ ਛੋਟੇ, ਜਾ ਕੇ ਮਸਤ ਕਰਮ ਪ੍ਰਪਾਏ, ਸਾਧ ਸਰਣ ਨਾਨਕ ਤੇ ਹੈ। ਜਿਹਦੇ ਮਨ ਦੇ ਕਿਰਪਾ ਹੁੰਦੀ ਹੈ, ਰਹਿਮਤ ਹੁੰਦੀ ਹੈ ਕੁਦਰਤੀ, ਉਹ ਪਹੁੰਚਦੇ ਨੇ ਉੱਥੇ। ਲਾਸਟ ਪਦਾ ਆ ਗਿਆ, ਆਪਾਂ ਪਿਆਰ ਨਾਲ ਸਮਝਣਾ, ਇਹਨੂੰ ਵਿਚਾਰਨਾ। ਜਿਸ ਮਨ ਬਸੇ ਸੁਨੇ ਲਾਏ ਪ੍ਰੀਤ, ਤਿਸ ਜਨ ਆਵੇ ਹਰ ਪ੍ਰਭ ਚੀਜ਼। ਜਿਹੜੇ ਉਹਨੂੰ ਪ੍ਰੇਮ ਕਰਦੇ, ਜਿਹਨੂੰ ਪ੍ਰੇਮ ਕੀ ਉਹ ਤਿਨ ਹੀ ਪ੍ਰਭ ਪਾਇਓ। ਜਨਮ ਮਰਨ ਤਾਕਾ ਦੁੱਖ ਨਿਵਾਰੇ, ਦੁਰਲੱਭ ਦੇ ਤਤਕਾਲ ਉਧਾਰੇ। ਤਤਕਾਲ ਉਹਨਾਂ ਦਾ ਉਧਾਰ ਹੋ ਜਾਂਦਾ, ਸੰਸਾਰ 'ਤੇ ਆਉਣਾ ਉਹਨਾਂ ਦਾ ਸਫਲ ਹੋ ਜਾਂਦਾ, ਜਿਹੜੇ ਉਹਨੂੰ ਪ੍ਰੇਮ ਕਰਦੇ ਨੇ। ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ, ਏਕ ਨਾਮ ਮਨ ਮਹੇ ਸਮਾਣੀ। ਮਨ ਦੇ ਨਾਲ ਹੀ ਅੰਦਰ ਭਾਈ, ਨਾ ਬਾਹਰ ਕਿੱਥੇ ਆ। ਨਿਰਮਲ ਮੈਲ ਤੋਂ ਰਹਿਤ, ਇਹ ਸੋਭਾ ਕਿਹਦੀ ਹੈ? ਗੋਬਿੰਦ ਦੀ। ਕਿਵੇਂ ਪਤਾ ਲੱਗਦਾ? ਅੰਮ੍ਰਿਤਾ ਕੀ ਬਾਣੀ, ਉਹਦੀ ਅੰਮ੍ਰਿਤ ਬਾਣੀ ਹੈ ਇਹ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਪਰ ਸੁਣਦੇ ਤਾਂ ਅਸੀਂ ਹੈ ਨਹੀਂ, ਤਾਂ ਸੁਣਾਉਣ ਲੱਗ ਜਾਂਦੇ ਹਾਂ, ਉੱਥੋਂ ਰਹਿ ਜਾਂਦੇ ਹਾਂ ਅਸੀਂ ਭਾਈ। ਦੁੱਖ ਰੋਗ ਬਿਨਸੇ ਭੈ ਭਰਮ, ਸਾਧ ਨਾਮ ਨਿਰਮਲ ਤਾਂ ਕੇ ਕਰਮ। ਇਹ ਸਾਧ ਨਾਮ ਹੈ ਭਾਈ, ਬਾਹਰਲੀ ਗੱਲ ਨਹੀਂ ਹੈਗੀ, ਸੰਤ ਲੋਕ ਦੀ ਗੱਲ ਹੈ। ਇਹ ਆਪਾਂ ਲੈਣਾ ਵਾ, ਫਿਰ ਸਾਡਾ ਦੁੱਖਾਂ ਰੋਗਾਂ ਤੋਂ ਛੁਟਕਾਰਾ ਹੋਣਾ। ਦੁੱਖ ਰੋਗ ਕਿਹਨੂੰ ਨੇ? ਮਨ ਨੂੰ ਨੇ। ਕਰ ਇਸਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਰੋਗਾ। ਸਭ ਤੇ ਊਚ ਤਾਕੀ ਸੋਭਾ ਬਣੀ, ਨਾਨਕੇ ਗੁਣ ਨਾਮ ਸੁਖਮਨੀ। ਇਹ 'ਚ ਇੰਨੇ ਸਾਡੇ 'ਚ ਗੁਣ ਪੈਦਾ ਹੋ ਜਾਂਦੇ, ਜਿਹੜੇ ਗੁਣਾਂ ਦੀ ਅਸੀਂ ਪ੍ਰਾਪਤੀ ਕਰਨਾ ਹੈ। ਸੁਖਮਨੀ ਮਨਾਂ ਨੂੰ ਸੁੱਖ ਦੇਣ ਵਾਲੀ ਹੈ। ਆਪਾਂ ਇਹਨੂੰ ਵਿਚਾਰਨਾ। ਇੱਥੇ ਭਾਈ ਇਹ ਪੂਰੀ ਹੋ ਗਈ ਹੈ। ਬਾਣੀ ਵਿੱਚ ਭੁੱਲ ਚੁੱਕ ਮਾਫ ਹੈ। ਭੁੱਲਿਆਂ ਗੁਰ ਦੇ ਸਮਝਾਏ। ਜਿੱਥੋਂ ਅਸੀਂ ਭੁੱਲਦੇ ਹਾਂ, ਗੁਰ ਆਪੇ ਕਿਰਪਾ ਕਰ ਦਿੰਦਾ ਗੁਰਸਿੱਖਾਂ ਨੇ। ਪਰ ਆਪਾਂ ਵੀ ਇਹ ਪ੍ਰਾਪਤੀ ਕਰਨੀ ਹੈ। ਆਪਣੀ ਰਾਤ ਨਾਲ ਕਦੋਂ ਸ਼ੁਰੂ ਹੋਊਗੀ? ਜਦੋਂ ਆਪਾਂ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਾਂਗੇ। ਜੇ ਟ੍ਰੇਨ ਦੇ ਮੂਹਰੇ ਖੜਾਂਗੇ ਤਾਂ ਮੌਤ ਹੈ, ਜੇ ਟ੍ਰੇਨ ਵਿੱਚ ਬੈਠਾਂਗੇ ਤਾਂ ਸਫ਼ਰ ਤੈਅ ਸ਼ੁਰੂ ਹੋ ਜਾਊਗਾ। ਟ੍ਰੇਨ ਕੀ ਹੈ? ਇੱਕ ਹੁਕਮ ਹੈ।